ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਪਾਈ, ਬਿਨਸੈ ਨਾਮ ਬਿਸਾਰੀ। ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਬੇਕਾਰੀ। ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਪਾਈ, ਬਿਨਸੈ ਨਾਮ ਬਿਸਾਰੀ। ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਬੇਕਾਰੀ। ਸੁਣ ਪੰਡਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਪਾਈ। ਸੋ ਆਤਮ ਤਤ ਵਿਚਾਰੀ ਰਹਾਉ, ਸਾਸਤ ਬੀਦ ਬਕੈ ਖੜੁ ਪਾਈ। ਕਰਮ ਕਰੋ ਸੰਸਾਰੀ, ਪਾਖੰਡ ਮੈਲ ਨਾ ਚੂਕਈ ਪਾਈ। ਅੰਤਰ ਮੈਲ ਬਿਕਾਰੀ, ਇਨ ਬਿਦ ਡੂਬੀ ਮਾਕੁਰੀ ਪਾਈ। ਊਂਡੀ ਸਿਰ ਕੈ ਭਾਰੀ, ਦੁਰਮਤ ਘਣੀ ਬਿਗੂਤੀ ਪਾਈ। ਦੂਜੈ ਭਾਈ ਖੁਆਈ, ਬਿਨ ਸਤਿਗੁਰ ਨਾਮ ਨ ਪਾਈਐ ਪਾਈ। ਬਿਨ ਨਾਮੈ ਭਰਮ ਨ ਜਾਈ, ਸਤਿਗੁਰ ਸੇਵੀ ਤਾ ਸੁਖ ਪਾਈ ਪਾਈ। ਆਵਣ ਜਾਣ ਰਹਾਈ, ਸਾਚ ਸਹਜ ਗੁਰ ਤੇ ਉਪਜੈ ਪਾਈ। ਮਨ ਨਿਰਮਲ ਸਾਚ ਸਮਾਈ, ਗੁਰ ਸੇਵੇ ਸੋ ਬੂਝੈ ਪਾਈ। ਗੁਰ ਬਿਨ ਮਗ ਨ ਪਾਏ, ਜਿਸ ਅੰਤਰ ਲੋਭ ਕੇ ਕਰਮ ਕਮਾਵੈ ਪਾਈ। ਕੂੜ ਬੋਲ ਬਿਖ ਖਾਈ, ਪੰਡਤ ਦਹੀ ਬਿਲੋਈਐ ਪਾਈ। ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ। ਇਹੋ ਜਗ ਇਹਾ ਵਾਥ, ਗੁਰ ਬਿਨ ਭਰਮ ਬਿਗੂਚੀਐ ਭਾਈ। ਘਟ ਘਟ ਦਿਓ ਅਲਖ, ਇਹੋ ਜਗ ਤਾਗੋ ਸੂਤ ਕੋ ਭਾਈ। ਦਹਿ ਦਿਸ ਬਾਧੋ ਮਾਏ, ਬਿਨ ਗੁਰ ਗਾਠ ਨਾ ਛੋਟੇ ਭਾਈ। ਥਾਕੇ ਕਰਮ ਕਮਾਏ, ਇਹੋ ਜਗ ਭਰਮ ਭੁਲਾਇਆ ਭਾਈ। ਕਹਿਣਾ ਕਿਛੁ ਨਾ ਜਾਏ, ਗੁਰ ਮਿਲਿਆ ਭਾਉ ਮਨ ਵਸੈ ਭਾਈ। ਪੈ ਮਰਣਾ ਸੱਚ ਲੇਖ, ਮੱਜਨ ਦਾਨ ਚੰਗਿਆਈਆ ਪਾਈ। ਦਰਗਾਹ ਨਾਮ ਵਿਸੇਖ,
ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੂਕਾ ਭੇਖ। ਇਹੋ ਤਨ ਹਾਟ ਸਰਾਫ ਕੋ ਪਾਈ, ਬਖਰ ਨਾਮ ਅਪਾਰ। ਇਹੋ ਬਖਰ ਬਾਪਾਰੀ ਸੋ ਦ੍ਰਿੜੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਧਨ ਬਾਪਾਰੀ ਨਾਨਕਾ ਪਾਏ, ਮੇਲ ਕਰੇ ਬਾਪਾਰ। ਇਹੋ ਤਨ ਹਾਟ ਸਰਾਫ ਕੋ ਪਾਏ, ਵਖਰ ਨਾਮ ਅਪਾਰ। ਇਹੋ ਵਖਰ ਬਾਪਾਰੇ ਸੋ ਦ੍ਰਿੜੈ ਪਾਏ, ਗੁਰ ਸ਼ਬਦ ਕਰੇ ਵਿਚਾਰ। ਧਨ ਬਾਪਾਰੀ ਨਾਨਕਾ ਪਾਈ, ਮੇਲ ਕਰੇ ਬਾਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतगुर बाणी पुरख पुरखोत्तम, बाणी स्यों चित लावे गो। गुर बाणी सुनत मेरा मन द्रव्या, मन भीना निज कर आवे गो। पतित पावन भगत वशल कृपा निधान, सरवरे कायनात दे सांझे रहबर। छतर चवर तखत दे मालक, कलयुग के बोहित, नाम के जहाज, दसां पातशाहियां दे साक्षात स्वरूप, गुरता गद्दी ते सुभायमान। धन 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 साहिब श्री गुरु ग्रंथ साहिब महाराज, गरीब नवाज पातशाह दी निघी गोद दा आनंद मान रहे। गुरु प्यारे गुरु खालसा साध संगत जी, साडे सबना दे अत्यंत वड्डे भाग हन। जो त्याग और वैराग दी मूर्त सतगुरु धन साहिब श्री गुरु तेग बहादुर नामे गुरु नानक सतगुरां दे पावन स्थान गुरुद्वारा श्री दुख निवारण साहिब पटियाला विखे अमृत वेले तो सजे हुए दीवाना विच हाजरियां भर के अपने जीवन दे समय अते स्वासां नूं सफला कर रहे हां। गुरु के रागी सिंघा ने श्री आसा जी दी वार दी चौंकी दे शब्द गायन कीते हन। बड़े प्रेम दे विच आप संगतां ने सरवण कीते हन। पावन श्री मुखवाक साहिब जी ग्रंथी सिंह साहिब जी पासों आप जी सरवण कर रहे सी। नित दी मर्यादा श्री मुखवाक साहिब जी दे शब्द दी विचार दा समा आपां सारियां ने बड़ा एकाग्रता दे नाल लाहा लेना है। ये परंपरा साध संगत जी गुरु काल तो साडे विच चलदी आई है। पहलों आसा जी दी वार दा कीर्तन, उस तो उपरंत श्री मुखवाक साहिब दी कथा विचार शब्द विचार दी। जिस वेले कलगीधर पिता गुरुदेव सतगुरु जी
ਭਾਈ ਨੰਦ ਲਾਲ ਜੀ ਦੇ ਨਾਲ ਵਿਚਾਰ ਕਰਦੇ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਸਤਿਗੁਰੂ ਗੁਰਦੇਵ ਜੀ, ਆਪ ਜੀ ਦੇ ਪਿਆਰੇ ਗੁਰਸਿੱਖਾਂ ਦੀ ਰਹਿਤ ਕੀ ਹੋਣੀ ਚਾਹੀਦੀ ਹੈ, ਉਹਨਾਂ ਦੀ ਦਿਨਚਰਿਆ ਕੀ ਹੋਣੀ ਚਾਹੀਦੀ ਹੈ, ਉਹਨਾਂ ਦੇ ਦਿਨ ਦੀ ਆਰੰਭਤਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਉਸ ਵੇਲੇ ਕਲਗੀਧਰ ਪਿਤਾ ਗੁਰਦੇਵ ਸਤਿਗੁਰੂ ਜੀ ਨੇ ਭਾਈ ਨੰਦ ਲਾਲ ਜੀ ਨੂੰ ਆਪਣੇ ਸ਼੍ਰੀ ਮੁਖ ਤੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸਨ, ਭਾਈ ਨੰਦ ਲਾਲ ਜੀ ਇਹਨਾਂ ਬਚਨਾਂ ਨੂੰ ਤੁਸੀਂ ਲਿਖ ਲਓ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉਠ ਪ੍ਰਭਾਤ ਲਾਏ ਹਿਤ ਚੀਤ, ਵਾਹਿਗੁਰੂ ਪੁਨਵੰਤਰਹਿ ਜਾਪ, ਕਰ ਇਸ਼ਨਾਨ ਪੜੇ ਜਪ ਜਾਪ, ਦਰਸ਼ਨ ਕਰੇ ਮੇਰਾ ਪੁਨ ਆਏ, ਅਦਬ ਸਿਉ ਬੈਠ ਗੁਰ ਹਿਤ ਚਿਤ ਲਾਏ, ਤੀਨ ਪਹਿਰ ਜਬ ਬੀਤੇ ਜਾਣ, ਕਥਾ ਸੁਣੇ ਮਨ ਹਿਤ ਚਿਤ ਠਾਣ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਪਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ, ਫਿਰ ਜਪਜੀ ਜਾਪ ਦੀ ਜੋ ਮਰਜ਼ਾਦਾ ਹੈ ਉਹ ਕਰਨੀ ਹੈ, ਨਿਤਨੇਮ ਕਰਨਾ ਹੈ ਪੰਜਾਂ ਬਾਣੀਆਂ ਦਾ। ਨਿਤਨੇਮ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਕਰਨੇ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰਨੀ ਹੈ। ਉਪਰੰਤ ਫਿਰ ਗੁਰੂ ਕੇ ਸ਼ਬਦ ਨੂੰ ਸਰਵਣ ਕਰਕੇ, ਸ਼੍ਰੀ ਮੁਖ ਵਾਕ ਨੂੰ ਸਰਵਣ ਕਰਕੇ ਉਹਦੀ ਵਿਚਾਰ ਨੂੰ ਸੁਣਨਾ ਹੈ। ਫਿਰ ਉਸ ਵਿਚਾਰ ਨੂੰ ਸੁਣ ਕਰਕੇ ਮਨਨ ਕਰਨਾ ਹੈ ਤੇ ਸਾਰਾ ਦਿਨ ਉਸ ਵਿਚਾਰ ਦੇ ਉੱਤੇ ਨਿਧਿਆਸਨ ਕਰਨਾ ਹੈ। ਕੋਸ਼ਿਸ਼ ਕਰਨੀ ਹੈ ਕਿ ਉਹ ਜਿਹੜੀ ਵਾਰਗਾ, ਉਹ ਜਿਹੜੀ ਰੇਖਾ ਸਤਿਗੁਰੂ ਜੀ ਨੇ ਸਾਡੇ ਅੱਜ ਦੇ ਦਿਨ ਲਈ ਸਾਨੂੰ ਬਖਸ਼ੀ ਹੈ, ਉਹਨੂੰ ਅਸੀਂ ਲੰਘ ਨਾ ਸਕੀਏ, ਅਸੀਂ ਉਹਦੇ ਦਾਇਰੇ ਵਿੱਚ ਰਹੀਏ। ਇਸ ਤਰ੍ਹਾਂ ਆਪਣੇ ਜੀਵਨ ਨੂੰ ਗੁਰਸਿੱਖ ਨੇ ਆਰੰਭ ਕਰਨਾ ਹੈ। ਸੋ ਸਾਧ ਸੰਗਤ ਜੀ, ਇਹ ਪਰੰਪਰਾ ਉਸ ਵੇਲੇ ਤੋਂ ਗੁਰਸਿੱਖ ਨਿਭਾਉਂਦੇ ਆ ਰਹੇ ਹੈ। ਜਿਸ ਤਰ੍ਹਾਂ ਆਪ ਜੀ ਲਾਹਾ ਲੈ ਰਹੇ ਹੋ, ਉਸੇ ਪਰੰਪਰਾ ਦੇ ਵਿੱਚ ਆਪ ਜੀ ਜੁੜ ਕਰਕੇ ਆਪਣੇ ਜੀਵਨ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਸੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਾਵਨ ਗੁਰਬਾਕ ਦੀ ਕਥਾ ਵਿਚਾਰ ਸਾਂਝਿਆਂ ਕਰਨ ਤੋਂ ਪਹਿਲਾਂ ਆਪਣੀਆਂ ਸੁਰਤੀਆਂ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਨਾ ਹੈ। ਹਿਰਦੇ ਨੂੰ ਇਕਾਗਰ ਕਰਨਾ ਹੈ, ਮਨ ਦੇ ਫੁਰਨਿਆਂ ਨੂੰ ਬਾਹਰੋਂ ਮੋੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜਨਾ ਹੈ ਤੇ ਅਰਦਾਸ ਕਰਨੀ ਹੈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪਣੇ ਦਰ ਦੀ ਜੋ ਬਖਸ਼ਿਸ਼ ਹੈ, ਸ਼੍ਰੀ ਮੁਖ ਵਾਕ ਦੇ ਵਿਚਾਰ ਜੋ ਹੈ ਮਹਾਰਾਜ ਆਪ ਜੀ ਨੇ ਆਪ ਹੀ ਕਿਰਪਾ ਕਰਕੇ ਵਿਚਾਰ ਦੀ ਸਾਡੇ ਉੱਤੇ ਬਖਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਇਹਦੇ ਉੱਤੇ ਚੱਲ ਸਕੀਏ। ਸੋ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਗੁਰਵਾਕ ਨੂੰ ਵਿਚਾਰ ਨੂੰ ਸਰਵਣ ਕਰਨ ਲਈ ਸੁਰਤੀਆਂ ਨੂੰ ਇਕਾਗਰ ਕਰੀਏ। ਸਾਵਧਾਨ ਹੋ ਕਰਕੇ ਸੱਜ ਜਾਈਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ, ਪਾਵਨ ਗੁਰਮੰਤਰ ਦਾ ਜਾਪ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਪਾਈ। ਕਰਮ ਧਰਮ ਬੰਧਕਾਰੀ। ਰਾਗ ਸੋਰਠ ਮਹੱਲਾ ਪਹਿਲਾ। ਪਹਿਲੇ ਸਤਿਗੁਰੂ ਜਗਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਪਾਵਨ ਸ਼੍ਰੀ ਮੁਖਾਰਬਿੰਦ ਸਾਹਿਬ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਵਿਆਕਰਣ ਦੇ ਤੇ ਤੁਕੀ ਤਿੰਨਾਂ ਪੰਕਤੀਆਂ ਦੇ ਇਸ ਸ਼ਬਦ ਨੂੰ ਤੇ ਤੁਕੀ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਕਈ ਤਰ੍ਹਾਂ ਦੇ ਜੋ ਸਿਰਲੇਖ ਨੇ ਸ਼ਬਦਾਂ ਉੱਤੇ ਆਪਾਂ ਸਰਵਣ ਕਰਦੇ ਹਾਂ। ਇੱਕ ਤੁਕਾ, ਦੋ ਤੁਕੇ, ਤੇ ਤੁਕੀ, ਚੌਕ ਤੁਕਾ। ਸੋ ਇਹਨਾਂ ਦਾ ਭਾਵ ਸਾਧ ਸੰਗਤ ਜੀ ਇਹ ਲੈਣਾ ਹੈ, ਜਿੱਥੇ ਇੱਕ ਤੁਕਾ ਹੈ ਉਹ ਇੱਕ ਪੰਕਤੀ ਤੋਂ ਮਗਰੋਂ ਸਮਾਪਤੀ ਹੈ, ਜਿੱਥੇ ਦੋ ਤੁਕਾ ਹੈ ਉਹ ਦੋ ਪੰਕਤੀਆਂ ਦਾ ਪਦਾ ਹੈ, ਜਿੱਥੇ ਤੇ ਤੁਕਾ ਹੈ ਉੱਥੇ ਤਿੰਨ ਪੰਕਤੀਆਂ ਦੇ ਪਦੇ ਹਨ, ਜਿੱਥੇ ਚੌ ਤੁਕਾ ਉਹ ਚਾਰ ਪੰਕਤੀਆਂ ਦੇ ਪਦੇ ਹਨ। ਸੋ ਇਸ ਪ੍ਰਕਾਰ ਇਹ ਵਿਆਕਰਣ ਦਾ ਬੰਦ ਮੰਨਿਆ ਜਾਂਦਾ ਹੈ, ਵਿਆਕਰਣ ਦੀ ਵਰਣਮਾਲਾ ਮੰਨੀ ਜਾਂਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇਸ ਤੇ ਤੁਕੇ ਦੇ ਅੰਦਰ ਜੋ ਪਾਵਨ ਗੁਰਵਾਕ ਸਰਵਣ ਕਰਾ ਰਹੇ ਹੈ, ਸਭ ਤੋਂ ਪਹਿਲਾਂ ਇਸ ਸ਼ਬਦ ਦੀ ਉਥਾਨਕਾ ਨੂੰ ਜ਼ਰੂਰ ਸਾਧ ਸੰਗਤ ਜੀ ਸਰਵਣ ਕਰਨਾ ਹੈ। ਜਿੰਨੀ ਵੀ ਗੁਰਬਾਣੀ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਥਾਵਾਂ ਪਰ ਥਾਵਾਂ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਕਿਸੇ ਨਾ ਕਿਸੇ ਨਿਮਿਤ ਉਚਾਰਨ ਕਰਤੀ ਹੈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ। ਜਗਤ ਗੁਰੂ ਸਤਿਗੁਰੂ ਜੀ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਤਕਰੀਬਨ 12 ਸਾਲ ਮਗਰੋਂ ਆਪਣੇ ਘਰ ਪਰਿਵਾਰ ਮਾਤਾ ਪਿਤਾ ਜੀਆਂ ਨੂੰ ਮਿਲਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ। ਸੋ ਸਤਿਗੁਰਾਂ ਦਾ ਆਗਮ ਸੁਣ ਕਰਕੇ ਆਲੇ ਦੁਆਲੇ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਹੋਇਆ ਹੈ। ਜਿੱਥੇ ਤੱਕ ਵੀ ਸੁਨੇਹਾ ਪਹੁੰਚਦਾ ਹੈ, ਸੰਗਤਾਂ ਮਹਾਰਾਜ ਜੀਆਂ ਦੇ ਦਰਸ਼ਨ ਕਰਨ, ਸੱਚੇ ਪਾਤਸ਼ਾਹ ਦਾ ਉਪਦੇਸ਼ ਸਰਵਣ ਕਰਨ ਵਾਸਤੇ ਦੂਰੋਂ ਦੂਰੋਂ ਪੰਧ ਚੱਲ ਕੇ ਆਉਂਦੀਆਂ ਹਨ। ਸੋ ਇਸੇ ਤਰ੍ਹਾਂ ਜਿੱਥੇ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਉੱਥੇ ਇੱਕ ਵੈਰਾਗੀ ਸੰਤਾਂ ਦੀ, ਸਨਾਤਨ ਮਤ ਦੇ ਸੰਤਾਂ ਦੀ ਇੱਕ ਜਮਾਤ, ਜਿਹਨੂੰ ਜਥਾ ਵੀ ਕਹਿ ਦਈਏ ਆਪਾਂ, ਗੁਰਮਤ ਵਿੱਚ ਜਥਾ ਕਹਿ ਦਿੰਦੇ ਆ, ਉਹ ਜਮਾਤ ਸੰਤਾਂ ਦੀ, ਮਹਾਂਪੁਰਸ਼ਾਂ ਦੀ ਜਮਾਤ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ। ਮਹਾਰਾਜ ਜੀਆਂ ਦੇ ਕੋਲ ਬੈਠ ਕਰਕੇ ਬਚਨ ਬਿਲਾਸ ਕੀਤੇ, ਵਿਚਾਰਾਂ ਕੀਤੀਆਂ, ਤੇ ਉਹ ਜਮਾਤ ਦੇ ਜਿਹੜੇ ਮੁਖੀ ਮਹਾਤਮਾ ਸਨ, ਉਹ ਸਾਹਿਬ ਗਰੀਬ ਨਿਵਾਜ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ, ਤੁਸੀਂ ਜਗਤ ਜਲੰਦੇ ਨੂੰ ਤਾਰਦੇ ਹੋ, ਏਡੀ ਏਡੀ ਦੂਰ ਤੱਕ ਮਹਾਰਾਜ ਤੁਸੀਂ ਯਾਤਰਾ ਕਰਦੇ ਹੋ, ਚਾਰੇ ਕੁੰਟਾਂ ਧਰਤੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਸਿਰ ਨਿਵਾਉਂਦੀ ਹੈ। ਇੱਕ ਨਾਲ ਕਾਰਜ ਮਹਾਰਾਜ ਹੋਰ ਕਰਿਆ ਕਰੋ ਕਿ ਜਿੰਨੇ ਲੋਕ ਭੁੱਲੇ ਭਟਕੇ ਹਨ, ਇਹਨਾਂ ਨੂੰ ਕਰਮ ਕਰਨ ਦਾ ਉਪਦੇਸ਼ ਜ਼ਰੂਰ ਦਿਆ ਕਰੋ, ਵੀ ਕਰਮਾਂ ਦੇ ਵਿੱਚ ਆਪਣੀ ਬਿਰਤੀ ਲਾ ਕੇ ਰੱਖਣ। ਜਿਸ ਤਰ੍ਹਾਂ ਸ਼ਾਸਤਰਾਂ ਦਾ ਵਿਧਾਨ ਹੈ ਨਾ, 6 ਪ੍ਰਕਾਰ ਦੇ ਕਰਮ ਕਰਨੇ, ਉਹ ਕਰਮਾਂ ਦੇ ਵਿੱਚ ਜੋੜੋ ਇਹਨਾਂ ਨੂੰ ਕਰਮ ਕਾਂਡਾਂ ਦੇ ਨਾਲ, ਵਿਧਾਨ ਨਾਲ ਜੋੜੋ, ਤਾਂ ਕਿ ਇਹਨਾਂ ਦਾ ਭਲਾ ਹੋ ਸਕੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਮਹਾਤਮਾ ਜੀ, ਤੁਸੀਂ ਕਹਿੰਦੇ ਹੋ ਤੁਹਾਡੀ ਸੰਸਥਾ ਵਿਧਾਨ ਇਸ ਗੱਲ ਦੇ ਉੱਤੇ ਵਿਸ਼ਵਾਸ ਭਰੋਸਾ ਰੱਖਦੀ ਹੈ ਕਿ ਕਰਮ ਕਾਂਡ ਕਰਨ ਦੇ ਨਾਲ ਮਨੁੱਖ ਦੀ ਇਸ ਸੰਸਾਰ ਸਾਗਰ ਦੇ ਉੱਤੋਂ ਤਾਰ ਹੋ ਜਾਂਦਾ ਹੈ, ਮਨੁੱਖ ਦੀ ਮੁਕਤੀ ਹੋ ਜਾਂਦੀ ਹੈ, ਕੇਵਲ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਾਡਾ ਗੁਰਮਤਿ ਦਾ ਵਿਧਾਨ ਕਰਮਾਂ ਨੂੰ ਨਹੀਂ ਮੰਨਦਾ, ਕਿਉਂਕਿ ਕਰਮ ਹਮੇਸ਼ਾ 3 ਪ੍ਰਕਾਰ ਦੇ ਮੰਨੇ ਜਾਂਦੇ ਆ। ਪਹਿਲੇ ਸਾਕਾਮ ਕਰਮ, ਦੂਸਰੇ ਨਿਸ਼ਕਾਮ ਕਰਮ, ਤੇ ਤੀਸਰੇ ਪ੍ਰਾਸ਼ਚਿਤ ਕਰਮ ਹੁੰਦੇ ਆ। ਸਾਕਾਮ ਕਰਮ ਹੁੰਦੇ ਆ ਜਿਹੜੇ ਇੱਛਾ ਦੇ ਸਹਿਤ ਕੀਤੇ ਜਾਂਦੇ ਆ। ਕੋਈ ਨਾ ਕੋਈ ਇੱਛਾ ਹੁੰਦੀ ਹੈ,
ਸਾਡਾ ਆਹ ਕਾਰਜ ਬਣ ਜਾਏ, ਅਸੀਂ ਫੁੱਲ ਚੜਾਵਾਂਗੇ, ਅਸੀਂ ਲੰਗਰ ਕਰਾਵਾਂਗੇ, ਅਸੀਂ ਬਸਤਰ ਭੇਟ ਕਰਾਂਗੇ, ਸਾਡਾ ਕੰਮ ਜ਼ਰੂਰ ਬਣੇ। ਇਹ ਇੱਛਾ ਹੋ ਗਈ, ਸਾ ਕਾਮ ਸਹਿਤ ਕਰਮ ਦੇ ਹੋ ਗਈ। ਦੂਸਰੇ ਹੁੰਦੇ ਆ ਨਿਸ਼ਕਾਮ ਕਰਮ, ਜਿਨ੍ਹਾਂ ਦੇ ਵਿੱਚ ਕੋਈ ਇੱਛਾ ਨਹੀਂ ਹੁੰਦੀ, ਕੇਵਲ ਤਾਂ ਕੇਵਲ ਇਹੋ ਹੀ ਹੁੰਦਾ ਕਿ ਮੈਂ ਚੰਗਾ ਕਰਮ ਕਰਨਾ, ਪੁੰਨ ਦਾਨ ਕਰਨਾ, ਇੱਛਾ ਕੋਈ ਨਹੀਂ। ਤੇ ਤੀਸਰੇ ਕਰਮ ਸਾਧ ਸੰਗਤ ਜੀ ਹੁੰਦੇ ਪ੍ਰਾਸ਼ਚਿਤ ਕਰਮ, ਜਿਹੜਾ ਆਪਾਂ ਆਪਣਾ ਪਛਤਾਤਾਪ ਕਰਕੇ ਉਹਦਾ ਕਰਮ ਕਰਦੇ ਆ। ਕੋਈ ਭੁੱਲ ਹੋ ਜਾਂਦੀ ਹੈ, ਫਿਰ ਉਹਦਾ ਪਛਤਾਤਾਪ ਹੁੰਦਾ, ਫਿਰ ਉਹਦੇ ਨਿਮਿਤ ਕਰਮ ਕਰਨੇ ਪੈਂਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਾਕਾਮ ਤੇ ਪ੍ਰਾਸ਼ਚਿਤ ਕਰਮ ਨੇ, ਗੁਰਮਤਿ ਵਿਧਾਨ ਵਿੱਚ ਹੈ ਹੀ ਨਹੀਂ। ਗੁਰਮਤਿ ਕਰਮਾਂ ਨੂੰ ਮੰਨਦੀ ਨਹੀਂ। ਗੁਰਮਤਿ ਤਾਂ ਕਹਿੰਦੀ ਹੈ ਕਿ ਕਰਮ ਕਰ, ਫਲ ਦੀ ਇੱਛਾ ਨਾ ਕਰ। ਫਲ ਪਰਮੇਸ਼ਰ ਨੇ ਦੇਣਾ ਹੈ ਤੇ ਕਰਮੀ ਆਪੋ ਆਪਣੀ, ਤੇਰੇ ਕਰਮਾਂ ਦੇ ਹਿਸਾਬ ਨਾਲ ਤੈਨੂੰ ਫਲ ਮਿਲ ਹੀ ਜਾਣਾ। ਇਹ ਨਾ ਸੋਚ ਕੇ ਮੈਂ ਇਹ ਕਰਮ ਕਰਾਂਗਾ ਤਾਂ ਮੈਨੂੰ ਇਹ ਫਲ ਮਿਲੂਗਾ। ਕੇਵਲ ਕਰਮ ਕਰਨੇ ਨੇ ਤੇ ਕਰਨੇ ਵੀ ਨਿਸ਼ਕਾਮ ਨੇ, ਜਿਹਦੇ ਵਿੱਚ ਕੋਈ ਇੱਛਾ ਨਾ ਹੋਵੇ। ਕਿਉਂਕਿ ਗੁਰੂ ਨਾਨਕ ਦੇ ਘਰ ਦਾ ਵਿਧਾਨ ਇਹ ਹੈ, ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਐਸੀ ਲਾਲ ਤੁਝ ਬਿਨ ਕੌਣ ਕਰੈ। ਏਡਾ ਵੱਡਾ ਵਿਧਾਨ ਹੈ ਗੁਰੂ ਨਾਨਕ ਦੇ ਘਰ ਦਾ ਕਿ ਜਿਹਨੂੰ ਦੁਨੀਆ ਦੇ ਵਿੱਚ ਕੋਈ ਚੰਗਾ ਨਹੀਂ ਨਾ ਸਮਝਦਾ, ਉਹਨੂੰ ਗੁਰੂ ਨਾਨਕ ਆਪਣੀ ਗੋਦੀ ਵਿੱਚ ਬਿਠਾ ਲੈਂਦੇ ਆ, ਕੇਵਲ ਉਹਦੇ ਭਾਵਨਾ ਵੇਖ ਕਰਕੇ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਤੂੰ ਭਾਵਨਾ ਰੱਖ ਕੇ ਕੌਡੀ ਰੱਖ ਦਿੱਤੀ ਨਾ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ, ਇਹ ਨਹੀਂ ਪਤਾ ਗੁਰੂ ਨਾਨਕ ਤੇਰੀ ਭਾਵਨਾ ਤੋਂ ਖੁਸ਼ ਹੋ ਕਰਕੇ ਤੈਨੂੰ ਖਜ਼ਾਨੇ ਬਖਸ਼ ਦੇਣ। ਜੇ ਕਰਮ ਦੇ ਵਿੱਚ ਆ ਗਏ ਫਿਰ ਤਾਂ ਫਸ ਜਾਵਾਂਗੇ ਸਾਧ ਸੰਗਤ ਜੀ, ਬਖਸ਼ਿਸ਼ ਤੋਂ ਖਾਲੀ ਰਹਿ ਜਾਵਾਂਗੇ। ਅਸੀਂ ਛੋਟੀ ਦਾਤ ਮੰਗ ਕੇ ਬਹਿ ਜਾਵਾਂਗੇ, ਗੁਰੂ ਨਾਨਕ ਨੇ ਵੱਡੀ ਬਖਸ਼ਿਸ਼ ਕਰਨੀ ਹੋਵੇ। ਇਸ ਕਰਕੇ ਗੁਰੂ ਨਾਨਕ ਦੇ ਘਰ ਦਾ ਵਿਧਾਨ ਹੀ ਕਰਮਾਂ ਵਾਲਾ ਨਹੀਂ ਹੈ। ਉਹ ਕਹਿੰਦੇ ਕਰਮਾਂ ਦਾ ਵਿਧਾਨ ਨਹੀਂ ਰੱਖਣਾ, ਨਿਸ਼ਕਾਮ ਹੋ ਕੇ ਸੇਵਾ ਕਰਨੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ ਨੌਕਰੀ ਕਰਨ ਵਾਲਾ ਸਾਰਾ ਮਹੀਨਾ ਨੌਕਰੀ ਕਰਦਾ ਹੈ ਤੇ ਉਸ ਤੋਂ ਮਗਰੋਂ ਉਹਨੂੰ ਮਹੀਨੇ ਮਗਰੋਂ ਦਿਹਾੜੀ ਮਿਲਦੀ ਹੈ ਜਾਂ ਉਹਦੀ ਨੌਕਰੀ ਮਿਲਦੀ ਹੈ, ਚਾਕਰੀ ਮਿਲਦੀ ਹੈ। ਕੋਈ ਦਿਹਾੜੀਦਾਰ ਸਾਰਾ ਦਿਨ ਦਿਹਾੜੀ ਕਰਦਾ, ਉਹਨੂੰ ਦਿਨ ਦੇ ਮੁੱਕਣ ਤੇ ਉਹਦੀ ਦਿਹਾੜੀ ਮਿਲਦੀ ਹੈ। ਨੌਕਰੀ ਕਰਨ ਵਾਲੇ ਦੀ ਤਨਖਾਹ ਤੇ ਦਿਹਾੜੀ ਕਰਨ ਵਾਲੇ ਦੀ ਦਿਹਾੜੀ ਜੋ ਹੈ, ਉਹਦੇ ਨਾਲ ਕੇਵਲ ਉਹਦਾ ਗੁਜ਼ਾਰਾ ਹੀ ਚੱਲਦਾ ਹੈ, ਨਾ ਕਿ ਕੁਝ ਜੁੜਦਾ ਹੈ ਤੇ ਨਾ ਹੀ ਕੁਝ ਵਾਧਾ ਹੁੰਦਾ ਹੈ, ਕੇਵਲ ਗੁਜ਼ਾਰਾ ਹੀ ਚੱਲਦਾ ਹੈ। ਪਰ ਇਹਦੇ ਨਾਲ ਜੇ ਕੋਈ ਦਿਹਾੜੀ ਕਰਨ ਵਾਲਾ, ਨੌਕਰੀ ਕਰਨ ਵਾਲਾ ਭਾਵਨਾ ਦੇ ਵਿੱਚ ਹੋ ਕਰਕੇ ਘੰਟਾ ਵੱਧ ਲਾ ਜਾਵੇ, ਤੇ ਜਿਹਦੇ ਘਰ ਵਿੱਚ ਘੰਟਾ ਉਹਨੇ ਵੱਧ ਲਾਇਆ ਤੇ ਕੁਝ ਮੰਗਿਆ ਨਹੀਂ ਨਾ, ਇਹ ਨਹੀਂ ਪਤਾ ਜਿਹਦੇ ਘਰ ਵਿੱਚ ਲਾਇਆ ਉਹ ਮੰਗਣ ਤੋਂ ਵੱਧ ਹੀ ਦੇ ਦੇਵੇ। ਆਖੋ ਸਤਨਾਮ ਸੇ। ਤੇ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਕੌਡਾ ਰਾਖਸ਼ ਸਾਰੀ ਦੁਨੀਆ ਨੂੰ ਮਾਰ-ਮਾਰ ਖਾਂਦਾ ਰਿਹਾ, ਤੇ ਜਦੋਂ ਗੁਰੂ ਨਾਨਕ ਦੀ ਨਜ਼ਰ ਪੈ ਗਈ ਉਸੇ ਵੇਲੇ ਉਹਨੂੰ ਸੰਸਾਰ ਤੋਂ ਤਾਰ ਦਿੱਤਾ। ਆਖੋ ਸਤਨਾਮ। ਗੁਰੂ ਨਾਨਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਘਰ ਦੀ ਨਜ਼ਰੇ ਰਹਿਮਤ ਬਖਸ਼ਿਸ਼ ਏਡੀ ਵੱਡੀ ਹੈ, ਇੰਨੀ ਵੱਡੀ ਹੈ ਸਾਧ ਸੰਗਤ ਜੀ, ਉਹ ਕਰਮਾਂ ਦੀ ਸੁਆਹ ਵੀ ਉਡਾ ਕੇ ਰੱਖ ਦਿੰਦੀ ਹੈ। ਸੱਚੇ ਪਾਤਸ਼ਾਹ ਸੰਸਾਰ ਜਗਤ ਜਲੰਦੇ ਨੂੰ ਤਾਰਦੇ ਹੋਏ ਜੰਗਲਾਂ ਵਿੱਚ ਵਿਚਰ ਰਹੇ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਗਰੀਬ ਨਵਾਜ਼ ਪਾਤਸ਼ਾਹ, ਹੁਣ ਮੇਰੇ ਸਰੀਰ ਦੀ ਨਿਰਬਲਤਾ ਹੋ ਚੁੱਕੀ ਹੈ, ਮੇਰੇ ਤੋਂ ਹੁਣ ਤੁਰਿਆ ਵੀ ਨਹੀਂ ਜਾ ਰਿਹਾ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਕੀ ਗੱਲ ਹੈ? ਸੱਚੇ ਪਾਤਸ਼ਾਹ ਮੈਨੂੰ ਭੁੱਖ ਨੇ ਵਿਆਕੁਲ ਕਰ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆ ਥੋੜਾ ਜਿਹਾ ਤੁਰ ਲਈਏ, ਸ਼ਹਿਰ ਪਿੰਡ ਆ ਜਾਵੇਗਾ, ਕੁਝ ਲੈ ਕੇ ਛਕ ਲਵਾਂਗੇ। ਮਹਾਰਾਜ ਮੇਰੇ ਤੋਂ ਇੱਕ ਕਦਮ ਵੀ ਨਹੀਂ ਤੁਰਿਆ ਜਾਂਦਾ, ਤੁਸੀਂ ਤੇ ਪੌਣ ਛੱਕ ਕੇ ਹਵਾ ਛੱਕ ਕੇ ਚੱਲਦੇ ਹੋ, ਪਰ ਮੈਂ ਸੰਸਾਰੀ ਜੀਵ ਹਾਂ, ਮੇਰੇ ਤੇ ਬੜਾ ਬੰਧਨ ਆ। ਜੇ ਮੈਂ ਹੋਰ 2 ਕਦਮ ਚੱਲਿਆ ਤੇ ਮਹਾਰਾਜ ਸਰੀਰ ਨਿਰਬਲ ਹੋ ਕੇ ਅਡੋਲ ਹੋ ਕੇ ਡਿੱਗ ਜਾਵੇਗਾ। ਹੁਣ ਤਾਂ ਕਿਰਪਾ ਕਰੋ, ਕੁਝ ਨਾ ਕੁਝ ਛਕਣ ਨੂੰ ਦੇ ਦਿਓ। ਪਰ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਮਰਦਾਨਿਆ ਇੱਥੇ ਹੀ ਛਕਣ ਨੂੰ ਲਿਆਈਏ? ਜੀ ਮਹਾਰਾਜ।
ਮਹਾਰਾਜ ਕਹਿੰਦੇ ਮਰਦਾਨਿਆਂ ਉਹ ਸਾਹਮਣੇ ਨਾ ਜੰਗਲ ਦੇ ਵਿੱਚ ਸੱਚੇ ਪਾਤਸ਼ਾਹ ਵਿਚਰ ਰਹੇ ਆ, ਉਹ ਸਾਹਮਣੇ ਜਿਹੜੀ ਰੌਸ਼ਨੀ ਲੱਗਦੀ ਹੈ ਇਦਾਂ ਜਾਪਦਾ ਵੀ ਉੱਥੇ ਅੱਗ ਬਲ ਰਹੀ ਹੈ। ਜਾਂ ਮਰਦਾਨਿਆਂ ਇਸ਼ਾਰਾ ਕਰਕੇ ਸੱਚੇ ਪਾਤਸ਼ਾਹ ਨੇ ਉਂਗਲ ਕਰਕੇ ਹੱਥ ਦੇ ਨਾਲ ਇਸ਼ਾਰਾ ਕਰਕੇ ਨਾ, ਮਰਦਾਨਿਆਂ ਜਾ ਉੱਥੋਂ ਅੱਗ ਲੈ ਕੇ ਆ, ਮੈਂ ਕੋਈ ਸਿੱਧਾ ਲੈ ਕੇ ਆਣਾ ਤੇ ਆਪਾਂ ਉਹ ਪਕਾ ਕੇ ਛਕ ਲਵਾਂਗੇ। ਭਾਈ ਮਰਦਾਨਾ ਜੀ ਕਹਿੰਦੇ ਸਤ ਬਚਨ ਮਹਾਰਾਜ, ਜਦੋਂ ਅੱਗ ਲੈਣ ਗਏ ਆ ਕੀ ਵੇਂਦੇ ਆ ਕਿ ਉੱਥੇ ਇੱਕ ਅਰਥੀ ਬਲ ਰਹੀ ਹੈ, ਸੰਸਕਾਰ ਹੋ ਰਿਹਾ ਤੇ ਉਹਦੇ ਆਲੇ ਦੁਆਲੇ ਦੋਵੇਂ ਪਾਸੇ ਬੜੀ ਵੱਡੀ ਭੀੜ ਲੱਗੀ ਹੋਈ ਹੈ। ਭਾਈ ਮਰਦਾਨਾ ਜੀ ਨੇ ਸੋਚਿਆ ਵੀ ਇਹ ਭੀੜ ਹਟ ਜਾਏਗੀ ਫੇਰ ਹੀ ਲੈ ਕੇ ਜਾਣਾ, ਨਹੀਂ ਤੇ ਇਹਨਾਂ ਮੈਨੂੰ ਫੜ ਕੇ ਬੰਨ ਲੈਣਾ। ਇੱਥੇ ਪਾਸੇ ਖਲੋ ਗਏ। ਹੁਣ ਪਾਸੇ ਖਲੋ ਗਏ ਤੇ ਉਹਨਾਂ ਦੋਹਾਂ ਜਥਿਆਂ ਦੇ ਵਿੱਚ ਬੜਾ ਰੌਲਾ ਪੈ ਗਿਆ। ਉਹ ਕਹਿੰਦੇ ਇਹਨੂੰ ਤੁਸੀਂ ਨਹੀਂ ਲਿਜਾਣਾ, ਉਹ ਕਹਿੰਦੇ ਇਹਨੂੰ ਤੁਸੀਂ ਨਹੀਂ ਲਿਜਾਣਾ। ਭਾਈ ਮਰਦਾਨਾ ਜੀ ਗੌਰ ਨਾਲ ਤੱਕਦੇ ਆ, ਕੀ ਵੇਖਦੇ ਆ, ਇੱਕ ਪਾਸੇ ਧਰਮਰਾਜ ਦੀ ਸੈਨਾ ਖੜੀ ਆ, ਦੂਜੇ ਪਾਸੇ ਦੇਵਰੂਹਾਂ ਖੜੀਆਂ ਤੇ ਰੌਲਾ ਕੀ ਪੈ ਰਿਹਾ ਵੀ ਇਹ ਜਿਹੜੀ ਆਤਮਾ ਹੈ ਇਹਨੇ ਸਾਰਾ ਜੀਵਨ ਪਾਪ ਕੀਤੇ ਆ, ਕੋਈ ਵੀ ਪੁੰਨ ਦਾ ਕਰਮ, ਕੋਈ ਸਤਸੰਗਤ ਦਾ, ਕੋਈ ਨਾਮ ਜਪਣ ਦਾ, ਕੋਈ ਸਵਾਸ ਸਫਲੇ ਕਰਨ ਦਾ ਕਰਮ ਕੀਤਾ ਹੀ ਨਹੀਂ। ਇਹਨੇ ਸਾਰਾ ਜੀਵਨ ਪਾਪ ਹੀ ਪਾਪ ਕਮਾਏ ਆ। ਇਸ ਕਰਕੇ ਅਸੀਂ ਇਹਨੂੰ ਪਾਪਾਂ ਦੀ ਸਜ਼ਾ ਜਿਹੜੀ ਹੈ ਨਰਕਾਂ ਵਿੱਚ ਦੇਣੀ ਆ, ਅਸੀਂ ਇਹਨੂੰ ਲੈ ਕੇ ਜਾਣਾ। ਆ ਇਹਦਾ ਲੇਖਾ ਜੋਖਾ ਅਸੀਂ ਨਾਲ ਲਈ ਫਿਰਦੇ। ਤੇ ਦੇਵਗਣ ਕਹਿੰਦੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਇਹਨੇ ਕੋਈ ਪੁੰਨ ਨਹੀਂ ਕੀਤਾ, ਕੋਈ ਦਾਨ ਨਹੀਂ ਕੀਤਾ, ਕੋਈ ਚੰਗਾ ਕਰਮ ਨਹੀਂ ਕੀਤਾ। ਇਹ ਨਰਕਾਂ ਦਾ ਅਧਿਕਾਰੀ ਹੈ, ਇਹ ਸਵਰਗਾਂ ਵੱਲ ਨਹੀਂ ਜਾ ਸਕਦਾ। ਪਰ ਇਹਦੀ ਅਰਥੀ ਨੂੰ ਜਗਤ ਗੁਰੂ ਨਾਨਕ ਦੇਵ ਮਹਾਰਾਜ ਦੀ ਨਜ਼ਰ ਮਿਲ ਗਈ ਆ, ਹੁਣ ਇਹਦੇ ਲੇਖੇ ਖਤਮ ਹੋ ਗਏ। ਆਖੋ ਸਤਨਾਮ ਸਿੰਘ। ਇਹਦੇ ਉੱਤੇ ਗੁਰੂ ਨਾਨਕ ਦੀ ਨਜ਼ਰ ਪੈ ਗਈ ਹੈ ਤੇ ਜਿਹਦੇ ਉੱਤੇ ਗੁਰੂ ਨਾਨਕ ਦੀ ਨਜ਼ਰ ਪੈ ਜਾਂਦੀ ਹੈ, ਨਾਨਕ ਨਦਰੀ ਨਦਰ ਨਿਹਾਲ, ਨਦਰ ਵਿੱਚ ਹੀ ਨਿਹਾਲ ਕਰ ਦੇਣਾ। ਹੁਣ ਜੇ ਉੱਥੇ ਕਰਮਾਂ ਦਾ ਲੇਖਾ ਹੋਵੇ ਸਾਧ ਸੰਗਤ ਜੀ, ਫਿਰ ਤੇ ਬਹੁਤ ਜਨਮ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਫਿਰ ਕਰਮਾਂ ਦੇ ਲੇਖੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਹਾਤਮਾ ਜੀ ਅਸੀਂ ਕਰਮਾਂ ਦੇ ਲੇਖੇ ਵਿੱਚ ਆਪਣੇ ਸਿੱਖਾਂ ਨੂੰ ਨਹੀਂ ਰੱਖਦੇ। ਸਾਡੇ ਸਿੱਖ ਤੇ ਭਾਵਨਾ ਨਾਲ ਇੱਕ ਵਾਰ ਵਾਹਿਗੁਰੂ ਕਹਿ ਦੇਣਗੇ ਨਾ ਤੇ ਉਹਨਾਂ ਦੇ ਜਨਮ ਜਨਮ ਦੇ ਲੇਖੇ ਖਤਮ ਕਰ ਦੇਵਾਂਗੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਮਹਾਤਮਾ ਨੂੰ ਮਹਾਰਾਜ ਜੀ ਸਾਕਾਮ ਪ੍ਰਾਸ਼ਚਿਤ ਤੇ ਨਿਸ਼ਕਾਮ ਕਰਮਾਂ ਦਾ ਉਪਦੇਸ਼ ਦਿੰਦੇ ਹੋਏ ਇਸ ਸ਼ਬਦ ਦੇ ਰਾਹੀਂ ਕਰਮ ਕਾਂਡਾਂ ਤੋਂ ਮਹਾਰਾਜ ਜੀ ਰੋਕ ਕਰਕੇ ਇੱਕ ਪਰਮੇਸ਼ਰ ਦੀ ਨਿਸ਼ਕਾਮ ਭਗਤੀ ਵਿੱਚ ਜੋੜਨ ਦਾ ਜੋ ਉਪਦੇਸ਼ ਦੇ ਰਹੇ ਹੈ, ਉਹ ਸਰਵਣ ਕਰਨ ਲਈ ਆਪਣੇ ਹਿਰਦੇ ਨੂੰ ਪਵਿੱਤਰ ਬਣਾਈਏ। ਰਸਨਾ ਜਪ ਕੇ ਕਹੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਨਸਾ ਬੰਧਨੀ ਪਾਈ, ਹਾਂਜੀ ਕਰਮ ਧਰਮ ਬੰਧਕਾਰੀ। ਸੱਚੇ ਪਾਤਸ਼ਾਹ ਕਹਿੰਦੇ ਮਹਾਤਮਾ ਜੀ ਜਿਹੜੇ ਕਰਮ ਹੁੰਦੇ ਆ ਉਹ ਆਸਾ ਤੇ ਮਨਸ਼ਾ ਤੇ ਹੁੰਦੇ ਆ। ਇੱਛਾਵਾਂ ਹੁੰਦੀਆਂ, ਉਹਦੇ ਤੋਂ ਸਾਕਾਮ ਇੱਛਾ ਕਰਕੇ ਹੀ ਬੰਦਾ ਕਰਮ ਕਰਦਾ ਹੈ ਨਾ। ਫਿਰ ਵਾਸ਼ਨਾਵਾਂ ਬਣ ਜਾਂਦੀਆਂ। ਪਹਿਲਾਂ ਇੱਛਾ ਹੁੰਦੀ ਹੈ ਮੇਰੇ ਕੋਲ 100 ਰੁਪਈਆ ਆ ਜਾਵੇ, ਫਿਰ ਕਹਿੰਦਾ ਜੇ 100 ਦੀ ਜਗ੍ਹਾ 1000 ਆ ਜਾਵੇ, ਫਿਰ ਲੱਖ ਆ ਜਾਵੇ, ਫਿਰ ਕਰੋੜ ਆ ਜਾਵੇ, ਅਰਬ ਆ ਜਾਵੇ। ਵਾਸ਼ਨਾ ਵੱਧਦੀ ਗਈ। ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਜਿਹੜੇ ਕਰਮਾਂ ਕਰਕੇ ਅਸੀਂ ਰੱਬ ਦੀ ਸਾਕਾਮ ਕਰਮਾਂ ਕਰਕੇ ਇੱਛਾ ਰੱਖ ਕੇ ਪਰਮੇਸ਼ਰ ਦੀ ਪੂਜਾ ਕਰਨ ਦੀ ਇੱਛਾ ਰੱਖਦੇ ਆ, ਨਾਮ ਜਪਣ ਦੀ ਇੱਛਾ ਰੱਖਦੇ ਆ, ਸੱਚੇ ਪਾਤਸ਼ਾਹ ਕਹਿੰਦੇ ਇਹ ਕਰਮ ਤਾਂ ਵੱਡੇ ਬੰਧਨ ਵਾਲੇ ਨੇ। ਇਹ ਕਰਮ ਤਾਂ ਰੱਸੀਆਂ ਵਾਂਗੂ ਬੰਨ ਦਿੰਦੇ ਆ ਮਨੁੱਖ ਨੂੰ। ਆਸਾ ਮਨਸਾ ਬੰਧਨੀ ਭਾਈ, ਆਸਾ ਤੇ ਮਨਸਾ ਰੱਸੀਆਂ ਨੇ ਜਿਹੜੀਆਂ ਮਨੁੱਖ ਦੀ ਆਤਮਾ ਨੂੰ ਬੰਨ ਕੇ ਰੱਖ ਲੈਂਦੀਆਂ। ਕਰਮ ਧਰਮ ਬੰਧਕਾਰੀ। ਮਹਾਰਾਜ ਕਹਿੰਦੇ ਜਿਹੜੇ ਧਰਮ ਕਰਮ ਤੁਸੀਂ ਦੱਸ ਰਹੇ ਹੋ ਨਾ, ਇਹ ਤੇ ਬੰਦੇ ਦੀ ਜੀਵਨ ਨੂੰ ਹੋਰ ਉਲਝਣਾਂ ਵਿੱਚ ਲੈ ਜਾਂਦੇ ਹਨ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆਸਾ ਮਨਸਾ ਤੋਂ ਮਗਰੋਂ ਫਿਰ ਪਾਪ ਪੁੰਨ ਪੈਦਾ ਹੋਣ ਲੱਗ ਪੈਂਦੇ ਆ।
ਕੁਝ ਚੀਜ਼ਾਂ ਜੁੜ ਜਾਂਦੀਆਂ, ਕੁਝ ਵਿਭੂਤੀ ਮਿਲ ਜਾਂਦੀ ਹੈ, ਕੁਝ ਸੰਪਦਾ ਇਕੱਠੀ ਹੋ ਜਾਂਦੀ ਹੈ, ਫਿਰ ਹੰਕਾਰੀ ਬਣ ਜਾਂਦਾ ਹੈ ਵੀ ਮੇਰੇ ਤੋਂ ਚੰਗਾ ਦੁਨੀਆ ਵਿੱਚ ਕੌਣ ਹੈ, ਮੇਰੇ ਜਿੱਡਾ ਦਾਨੀ ਕੌਣ ਹੈ, ਮੇਰੇ ਜਿੱਡੇ ਪੁੰਨ ਕਰਨ ਵਾਲਾ ਕੌਣ ਹੈ, ਸਾਰੀ ਦੁਨੀਆ ਪਾਪੀ ਹੈ, ਮੈਂ ਇਕੱਲਾ ਹੀ ਪੁੰਨੀ ਆ। ਹੋ ਗਿਆ ਵਿਕਾਰ ਖੜਾ, ਹੰਕਾਰ ਖੜਾ ਹੋ ਗਿਆ, ਲੋਭ ਖੜਾ ਹੋ ਗਿਆ, ਵਿਕਾਰ ਖੜੇ ਹੋ ਗਏ ਤੇ ਵਿਕਾਰਾਂ ਕਰਕੇ ਸਾਧ ਸੰਗਤ ਜੀ ਪਾਪ ਪੁੰਨ ਹੋਣ ਲੱਗ ਪੈਂਦੇ ਆ। ਕਿਸੇ ਚੰਗੇ ਨੂੰ ਦੇਖ ਕਰਕੇ, ਕਿਸੇ ਮੰਦੇ ਨੂੰ ਵੇਖ ਕਰਕੇ ਮਾੜਾ ਚੰਗਾ ਉੱਚਾ ਨੀਵਾਂ ਬੋਲਣਾ, ਇਹ ਪਾਪ ਪੁੰਨ ਪੈਦਾ ਕਰਦੇ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਪਾਪ ਪੁੰਨ, ਪੜ੍ਹ ਦਿਓ ਦੁਬਾਰਾ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਬਿਸਾਰੀ। ਮਹਾਰਾਜ ਕਹਿੰਦੇ ਜਿੰਨੀ ਸੰਸਾਰ ਦੀ ਖੇਡ ਆ ਨਾ, ਇਹ ਪਾਪ ਪੁੰਨ ਦੇ ਨਾਲ ਬਣੀ ਹੋਈ ਆ। ਕਿਸੇ ਨੇ ਪਾਪ ਕੀਤਾ, ਕਿਸੇ ਨੇ ਪੁੰਨ ਕੀਤਾ, ਉਹਦੇ ਕਰਕੇ ਸੰਸਾਰ ਮੁੜ ਮੁੜ ਕੇ ਆ ਰਿਹਾ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਲੰਮੇ ਦੇਸ਼, ਜਿੰਨਾ ਸੰਸਾਰ ਅਸੀਂ ਜਨਮ ਲੈਨੇ ਆ ਸਾਧ ਸੰਗਤ ਜੀ, ਇਹ ਪਾਪ ਪੁੰਨ ਦੀ ਖੇਡ ਤੋਂ ਬਣਿਆ। ਭਾਈ ਭਗਤ ਸਦਨਾ ਜੀ ਦੀ ਸਾਖੀ ਪੜ੍ਹਦੇ ਹੋ ਨਾ, ਰੋਜ਼ ਬੱਕਰੇ ਵੱਢ ਦਿੰਦੇ ਸੀ ਤੇ ਆ ਕੇ ਹੱਟੀ ਤੇ ਆਇਆਂ ਨੂੰ ਵੇਚ ਦਿੰਦੇ ਸੀ। ਰੋਜ਼ ਇੱਕ ਬੱਕਰਾ ਵੱਢਣਾ ਤੇ ਵੇਚ ਦੇਣਾ। ਇੱਕ ਦਿਨ ਆ ਗਿਆ ਰਾਜੇ ਦਾ ਵਜ਼ੀਰ, ਰਾਜੇ ਨੇ ਛਕਣਾ ਜੀ, ਕਹਿੰਦਾ ਹੁਣ ਸਾਰਾ ਤਾਂ ਵੱਢਿਆ ਨਹੀਂ ਜਾਣਾ ਰਾਤ ਦਾ ਵੇਲਾ, ਤੇ ਸਾਰਾ ਦਿਹਾੜੀ 'ਚ ਵਿਕਣਾ ਵੀ ਨਹੀਂ, ਹੁਣ ਰਾਤ ਹੋ ਗਈ ਹੈ, ਏਦਾਂ ਕਰੋ ਥੋੜਾ ਜਿਹਾ ਇੱਕ ਲੱਤ ਲਾ ਕੇ ਦੇ ਦਿਓ। ਭਗਤ ਸਦਨਾ ਜੀ ਕਹਿੰਦੇ ਠੀਕ ਹੈ। ਕਿਹਾ ਵੀ ਰਾਜੇ ਦਾ ਵਜ਼ੀਰ ਹੈ, ਜੇ ਇਹਨੂੰ ਵਾਪਸ ਮੋੜ ਦਿੱਤਾ ਪਤਾ ਨਹੀਂ ਮੈਨੂੰ ਹੀ ਨਾ ਮਾਰ ਦੇਵੇ। ਤੇ ਉਸ ਵੇਲੇ ਜਦੋਂ ਇੱਕ ਲੱਤ ਵੱਢ ਕੇ ਦੇਣ ਲੱਗੇ, ਬੱਕਰਾ ਹੱਸ ਪਿਆ, ਬੋਲ ਪਿਆ। ਭਗਤ ਜੀ ਬੜੇ ਹੈਰਾਨ ਹੋਏ, ਕਹਿੰਦੇ ਕੀ ਗੱਲ ਹੱਸਿਆ, ਕੀ ਬੋਲਦਾ? ਕਹਿੰਦਾ ਮੈਂ ਹੱਸਦਾ ਵੀ ਇੰਨੇ ਜਨਮਾਂ ਤੋਂ ਤੇਰੀ ਤੇ ਮੇਰੀ ਭਾਜੀ ਬਰਾਬਰ ਤੁਰੀ ਆਉਂਦੀ ਹੈ। ਤੂੰ ਮੈਨੂੰ ਵੱਢਦਾ ਰਿਹਾ, ਮੈਂ ਤੈਨੂੰ ਵੱਢਦਾ ਰਿਹਾ, ਤੂੰ ਮੈਨੂੰ ਵੱਢਦਾ ਰਿਹਾ, ਮੈਂ ਤੈਨੂੰ ਵੱਢਦਾ ਰਿਹਾ। ਇਹ ਤਾਂ ਕੰਮ ਚੱਲਿਆ ਹੁੰਦਾ ਸੀ, ਅੱਜ ਤੂੰ ਨਵੀਂ ਭਾਜੀ ਪਾਣ ਲੱਗਾ। ਆਖੋ ਸਤਨਾਮ। ਮੈਂ ਸਾਰੀ ਰਾਤ ਤੜਫਦੇ ਰਹਿਣਾ, ਤੇ ਯਾਦ ਰੱਖੀ ਹੁਣ ਤੈਨੂੰ ਵੀ ਤੜਫਣਾ ਪੈਣਾ, ਵਾਰੀ ਤੇਰੇ ਉੱਤੇ ਵੀ ਇਹੋ ਹੀ ਆਉਣੀ। ਸੋ ਸਾਧ ਸੰਗਤ ਜੀ, ਇੰਨੇ ਨੇ ਉਪਦੇਸ਼ ਦੇ ਦਿੱਤਾ, ਇੱਕ ਸਦਨੇ ਕਸਾਈ ਤੋਂ ਸਦਨਾ ਭਗਤ ਬਣਾ ਦਿੱਤਾ। ਮਹਾਰਾਜ ਗਰੀਬ ਨਵਾਜ ਕਹਿੰਦੇ ਮਹਾਤਮਾ ਜੀ, ਇਹ ਪਾਪ ਪੁੰਨ ਦੇ ਕਰਮਾਂ ਕਰਕੇ ਜਗਤ ਸੰਸਾਰ ਭੁੱਲਿਆ ਫਿਰਦਾ ਹੈ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਇਹ ਜਿੰਨੇ ਕਰਮ ਨੇ ਸਾਧ ਸੰਗਤ ਜੀ, ਇਹਨਾਂ ਦਾ ਮੂਲ ਭਾਵ ਹੈ ਪਰਮੇਸ਼ਰ ਦੀ ਮਾਇਆ। ਮਾਇਆ ਹੈ ਨਾ, ਕੱਲਾ ਰੁਪਈਆਂ ਨੂੰ ਮਾਇਆ ਨਹੀਂ, ਇਹ ਜਿੰਨਾ ਸੰਸਾਰ ਵਰਤ ਰਿਹਾ ਹੈ ਮਾਇਆ ਦਾ ਸਰੂਪ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੀ ਮਾਇਆ ਹੈ ਨਾ, ਸੰਸਾਰ ਦੀ ਮਾਇਆ, ਇਹ ਐਸੀ ਮਾਇਆ ਹੈ, ਇਹ ਮਾਇਆ ਮੋਹਣੀ ਭਾਈ, ਇਹ ਮੋਹਣ ਵਾਲੀ ਹੈ। ਤੇ ਕਰਮ ਸੇਵੇ, ਕਰਮ ਭਾਈ ਕਰਮ ਸਭੇ ਵੇਕਾਰੀ। ਇਹ ਮਾਇਆ ਇੰਨਾ ਮੋਹ ਲੈਂਦੀ ਹੈ, ਬੰਦੇ ਨੂੰ ਕਰਮਾਂ ਲਈ ਪ੍ਰੇਰਿਤ ਕਰਦੀ ਹੈ ਵੀ ਨਹੀਂ ਤੂੰ ਇਹ ਕਰਮ ਕਰ। ਤੇ ਜਦੋਂ ਕਰਮ ਕਰਨ ਲਈ ਮਨੁੱਖ ਪ੍ਰੇਰਿਤ ਹੋ ਜਾਂਦਾ ਹੈ, ਤੇ ਉਹਨਾਂ ਕਰਮਾਂ ਦੇ ਵਿੱਚੋਂ ਵਿਕਾਰ ਪੈਦਾ ਹੋ ਜਾਂਦੇ ਹੈ। ਤੋ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਬੜੀ ਮੋਹਣੀ ਹੈ। ਸੁਣ ਪੰਡਤ ਕਰਮਾਕਾਰੀ। ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ, ਜਿਹੜੇ ਤੁਸੀਂ ਕਰਮਾਂ ਦੀ ਦ੍ਰਿੜਤਾ ਦੱਸਦੇ ਹੋ, ਜਿਹੜੇ ਕਰਮਾਂ ਨੂੰ ਦ੍ਰਿੜ ਕਰਾਉਣ ਲਈ ਉਪਦੇਸ਼ ਦੇਣ ਲਈ ਦੱਸਦੇ ਹੋ, ਸੁਣੋ। ਜਿਤ ਕਰਮ ਸੁਖ ਉਪਜੈ ਪਾਏ, ਸੋ ਆਤਮ ਤਤ ਵਿਚਾਰੇ। ਜਿਸ ਕਰਮ ਦੇ ਨਾਲ ਆਤਮਾ ਨੂੰ ਸੁਖ ਮਿਲੇ, ਜਿਸ ਕਰਮ ਦੇ ਨਾਲ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋਵੇ, ਉਹ ਕਰਮ ਦੱਸੋ, ਉਹ ਤਤ ਦੱਸੋ, ਉਹ ਨਿਚੋੜ ਦੱਸੋ, ਉਹ ਕਰਮਾਂ ਦਾ ਅਖੀਰ ਦੱਸੋ ਜਿਹਦੇ ਨਾਲ ਆਤਮਾ ਨੂੰ ਸ਼ਾਂਤੀ ਮਿਲੇ। ਜਿਹੜੇ ਕਰਮ ਆਪਾਂ ਸਾਧ ਸੰਗਤ ਜੀ ਕਰਦੇ ਆ ਸੰਸਾਰ ਵਿੱਚ, ਕੀ ਇਹਨਾਂ ਕਰਮਾਂ ਨਾਲ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਹੈ? ਜਿੰਨੇ ਵੀ ਕਰਮ ਸੰਸਾਰ ਵਿੱਚ ਹੋ ਰਹੇ ਆ, ਇਹਨਾਂ ਕਰਮਾਂ ਨਾਲ ਆਤਮਾ ਨੂੰ ਸ਼ਾਂਤੀ ਮਿਲਦੀ ਹੈ? ਕਿਸੇ ਪ੍ਰਕਾਰ ਵੀ ਨਹੀਂ ਮਿਲਦੀ, ਕਿਉਂਕਿ ਕਰਮ ਜਿੰਨੇ ਹੁੰਦੇ ਆ ਸਾਰੇ ਵਿਕਾਰਾਂ ਦੇ ਸਹਿਤ ਹੋ ਜਾਂਦੇ ਆ।
ਜਿੰਨੇ ਕਰਮ ਆਪਾਂ ਕਰਦੇ ਆ ਨਿਸ਼ਕਾਮ ਹੋ ਕੇ ਕਰਦੇ ਨਹੀਂ। ਥੋੜਾ ਜਿਹਾ ਪੁੰਨ ਦਾਨ ਕੀਤਾ, ਉਦੋਂ ਹੀ ਇੱਛਾ ਜੀ ਜਾਗਣ ਲੱਗ ਪੈਂਦੀ ਹੈ ਕਿ ਹੁਣ ਮੇਰੀ ਕੋਈ ਸੋਭਾ ਤਾਂ ਕਰੇ। ਕਈ ਲੋਕਾਂ ਨੂੰ ਅੱਧੇ ਤੋਂ ਜ਼ਿਆਦੀ ਆਪਣੀ ਧਨ ਵਿਭੂਤੀ ਮਾਇਆ ਇਸੇ ਗੱਲ ਵਿੱਚ ਖਰਚ ਕਰਨੀ ਪੈ ਜਾਂਦੀ ਹੈ ਕਿ ਲੋਕ ਇਸ ਗੱਲ ਨੂੰ ਜਾਣਨ ਕਿ ਮੇਰੇ ਕੋਲ ਮਾਇਆ, ਮੈਂ ਪੁੰਨ ਦਾਨ ਕਰਦਾ। ਕਿੰਨੇ ਕਿੰਨੇ ਵੱਡੇ ਪੋਸਟਰ ਲਵਾਉਂਦੇ ਆ, ਵੱਡੀਆਂ ਵੱਡੀਆਂ ਫਲੈਕਸਾਂ ਪ੍ਰਿੰਟ ਕਰਾ ਕੇ ਲਵਾ ਦਿੰਦੇ ਆ ਵੀ ਉੱਥੇ ਅਸੀਂ ਲੰਗਰ ਵੰਡਣਾ, ਰਾਸ਼ਨ ਵੰਡਣਾ, ਆ ਜਾਇਓ। ਤੇ ਥੱਲੇ ਲਿਖਿਆ ਹੁੰਦਾ ਵੱਲੋਂ ਸਰਦਾਰ ਫਲਾਣਾ ਜੀ। ਕਿੰਨੀ ਮਾਇਆ ਇਸ ਗੱਲ ਉੱਤੇ ਖਰਾਬ ਕਰ ਦਿੰਦਾ ਹੈ, ਕਿੰਨੀ ਵਿਭੂਤੀ ਇਸ ਗੱਲ ਉੱਤੇ ਬਰਬਾਦ ਕਰ ਦਿੰਦਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਦਾਨੀ ਹਾਂ, ਮੈਂ ਦਾਨ ਕਰਨ ਵਾਲਾ ਹਾਂ, ਮੈਂ ਦੁਨੀਆ ਨੂੰ ਵੰਡ ਰਿਹਾ। ਤੋ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਕਰਮ ਦੱਸੋ ਪੰਡਤ ਜੀ ਜਿਨ੍ਹਾਂ ਨਾਲ ਵਿਕਾਰ ਨਾ ਪੈਦਾ ਹੋਣ, ਜਿਨ੍ਹਾਂ ਨਾਲ ਪਰਮੇਸ਼ਰ ਦੀ ਭਗਤੀ ਪੈਦਾ ਹੋਵੇ। ਰਹਾਉ ਸਾਸਤ ਵੇਦ ਬਕੈ ਖੜੋ ਪਾਈ, ਕਰਮ ਕਰੋ ਸੰਸਾਰੇ। ਮਹਾਰਾਜ ਕਹਿੰਦੇ ਪੰਡਤ ਜੀ ਜਿਹੜੇ ਤੁਹਾਡੇ ਧਰਮ ਗ੍ਰੰਥ ਨੇ, ਸ਼ਾਸਤਰ ਨੇ, ਵੇਦ ਨੇ, ਇਹ ਵਾਰ-ਵਾਰ ਬਕੈ ਖੜੋ, ਵਾਰ-ਵਾਰ ਬੋਲ-ਬੋਲ ਕੇ ਦੱਸਦੇ ਆ। ਇਹਨਾਂ ਨੂੰ ਉਚਾਰਨ ਕਰਨ ਵਾਲੇ ਵੇਦ ਪਾਠੀ ਸ਼ਾਸਤਰੀ ਜਿਹੜੇ ਹਨ, ਇਹ ਉੱਚੀ-ਉੱਚੀ ਬੋਲ-ਬੋਲ ਕੇ ਹੋਕੇ ਦਿੰਦੇ ਆ ਕਿ ਕਰਮ ਕਰੋ, ਕਰਮ ਕਾਂਡ ਕਰੋ। ਇਹ ਸਾਰੇ ਕਰਮ ਕਾਂਡਾਂ ਦੇ ਵਿੱਚ ਜੋੜਦੇ ਹਨ ਵੀ ਸੰਸਾਰੀ ਲੋਕੋ ਕਰਮ ਕਾਂਡਾਂ ਨਾਲ ਜੁੜ ਜਾਓ। ਪਾਖੰਡ ਮੈਲ ਨਾ ਚੂਕਈ ਪਾਈ, ਅੰਤਰ ਮੈਲ ਬੇਕਾਰੀ। ਮਹਾਰਾਜ ਕਹਿੰਦੇ ਜਿਹੜੇ ਕਰਮ ਕਰਨ ਵਾਲੇ ਆ ਉਹ ਪਖੰਡ ਵਿੱਚ ਪਹੁੰਚ ਜਾਂਦੇ ਆ। ਕਰਮ ਕਰਦੇ ਨਹੀਂ, ਕਰਮ ਕਰਨ ਦੇ ਵਿੱਚ ਨਿਸ਼ਕਾਮਤਾ ਨਹੀਂ, ਪਖੰਡ ਕਰਦੇ ਆ, ਲੋਕਾਂ ਨੂੰ ਵਿਖਾਵਾ ਕਰਦੇ ਆ ਤੇ ਜਿਹੜਾ ਵਿਖਾਵਾ ਹੋਵੇ ਉਹ ਪਖੰਡ ਹੁੰਦਾ ਹੈ। ਇਸ ਕਰਕੇ ਕਹਿੰਦੇ ਪਖੰਡ ਦੀ ਮੈਲ ਕਦੀ ਚੁੱਕਦੀ ਨਹੀਂ। ਪਹਿਲਾ ਪਖੰਡ ਆਤਮਾ ਤੋਂ ਲੈਂਦਾ ਨਹੀਂ, ਪਹਿਲਾ ਪਾਪ ਲੈਂਦਾ ਨਹੀਂ, ਉੱਤੋਂ ਨਵੀਂ ਮੈਲ ਚੜਾ ਲੈਂਦੇ ਹਨ। ਇਨ ਬਿਦ ਡੂਬੇ ਮਾਕੁਰੀ ਪਾਈ, ਊਂਡੇ ਸਿਰ ਕੈ ਪਾਰੀ। ਮਹਾਰਾਜ ਕਹਿੰਦੇ ਇਹ ਤਾਂ ਉਸ ਤਰ੍ਹਾਂ ਦੀ ਉਦਾਹਰਣ ਹੋ ਗਈ ਜਿਵੇਂ ਮੱਕੜੀ ਡੁੱਬ ਜਾਂਦੀ ਹੈ। ਮੱਕੜੀ ਜਾਲ ਬੁਣਦੀ ਹੈ, ਕਿਸ ਲਈ ਬੁਣਦੀ ਹੈ? ਵੀ ਇਹਦੇ ਵਿੱਚ ਆ ਕੇ ਮੱਛਰ ਫਸ ਜਾਣਗੇ ਤੇ ਮੈਂ ਮੁੜ ਕੇ ਮੱਛਰਾਂ ਨੂੰ ਖਾ ਲਵਾਂਗੀ, ਮੇਰਾ ਗੁਜ਼ਾਰਾ ਹੋਏਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਜਾਲ ਬੁਣਦੀ ਹੈ ਉਹਦੇ ਵਿੱਚ ਮੱਛਰ ਫਸ ਜਾਂਦੇ ਆ, ਜਦੋਂ ਮੱਛਰਾਂ ਨੂੰ ਖਾਣ ਵਾਸਤੇ ਅੱਗੇ ਜਾਂਦੀ ਹੈ ਨਾ, ਉਹਦੇ ਆਪ ਦੇ ਪੈਰ ਉਸ ਜਾਲ ਵਿੱਚ ਫਸ ਜਾਂਦੇ, ਮੁੜ ਕੇ ਆਪ ਨਹੀਂ ਨਿਕਲ ਸਕਦੀ, ਉੱਥੇ ਹੀ ਸਵਾਸ ਨਿਕਲ ਜਾਂਦੇ ਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਰਮ ਕਾਂਡ ਕਰਨ ਵਾਲੇ, ਕਰਮ ਕਾਂਡ ਦਰਸਾਉਣ ਵਾਲੇ ਵੱਡੇ ਵੱਡੇ ਸ਼ਾਸਤਰੀ ਵੇਦ ਪਾਠੀ ਜਿਹੜੇ ਹੈ ਨਾ, ਰੋਜ਼ ਉੱਚੀ ਹੋ ਕੇ ਦਿੰਦੇ ਕਰਮ ਕਰੋ। ਕਿਉਂ ਕਿ ਲੋਕ ਸਾਨੂੰ ਆ ਕੇ ਪੁੱਛਣ ਕਿਹੜਾ ਕਰਮ ਕਿੱਦਾਂ ਕਰਨਾ ਚਾਹੀਦਾ, ਕਿਹੜਾ ਕਰਮ ਕਿਹੜੀ ਦਿਸ਼ਾ ਵੱਲ ਮੂੰਹ ਕਰਕੇ ਕਰੀਏ, ਕਿਹੜਾ ਕਰਮ ਕਿਸ ਵੇਲੇ ਕਰੀਏ, ਸਵੇਰੇ ਕਰੀਏ, ਸ਼ਾਮਾਂ ਨੂੰ ਕਰੀਏ। ਤੇ ਲੋਕ ਸਾਡੇ ਕੋ ਆਣਗੇ, ਸਾਨੂੰ ਮਾਇਆ ਦੇਣਗੇ ਤੇ ਅਸੀਂ ਉਹਨਾਂ ਨੂੰ ਫਿਰ ਕਰਮ ਕਰਨੇ ਦੱਸਾਂਗੇ। ਮੱਕੜੀ ਦੇ ਜਾਲ ਦੀ ਨਿਆਈ ਬੁਣਦੇ ਤਾਂ ਐਵੇਂ ਆ ਜਾਲ, ਪਰ ਇਹ ਨਹੀਂ ਪਤਾ ਵੀ ਉਹਨਾਂ ਨੂੰ ਪਾਪਾਂ ਵਿੱਚ ਧਕੇਲਦਿਆਂ ਆਪਣੇ ਸਿਰ ਤੇ ਬੋਝ ਵੱਡਾ ਬਣ ਜਾਂਦਾ ਤੇ ਫਿਰ ਉਹ ਸਿਰ ਦੇ ਭਾਰ ਡਿੱਗਦੇ ਹਨ। ਦੁਰਮਤ ਘਣੀ ਬਿਗੂਤੇ ਪਾਏ, ਦੂਜੈ ਭਾਏ ਖੁਆਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ ਐਸੀ ਭੈੜੀ ਮਤ, ਐਸੀ ਦੁਰਮਤ ਜਿਹੜੀ ਆਪਣਾ ਜੀਵਨ ਹੀ ਨਾ ਸਵਾਰਨ ਦੇਵੇ, ਉਹ ਕਿਸੇ ਦੂਸਰੇ ਦਾ ਕੀ ਸਵਾਰੇਗੀ। ਇਹ ਤੇ ਬਹੁਤ ਘਣੀ ਵਿਗੂਤੀ, ਬਹੁਤ ਮਾੜੀ ਮਤ ਹੈ, ਜਿਸ ਕਰਕੇ ਆਪਣਾ ਆਪ ਖੁਆ ਦਿੰਦੀ ਹੈ, ਪਰਮੇਸ਼ਰ ਤੋਂ ਭੁਆ ਦਿੰਦੀ ਹੈ। ਬਿਨ ਸਤਿਗੁਰ ਨਾਮ ਨ ਪਾਈਐ ਪਾਈ, ਬਿਨ ਨਾਮੈ ਭਰਮ ਨ ਜਾਈ। ਸੱਚੇ ਪਾਤਸ਼ਾਹ ਕਹਿੰਦੇ ਬਿਨਾ ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਜਦੋਂ ਤੱਕ ਇੱਕ ਸਿੱਖ ਨੂੰ, ਇੱਕ ਜਗਿਆਸੂ ਨੂੰ ਨਾਮ ਨਹੀਂ ਮਿਲਿਆ, ਉਦੋਂ ਤੱਕ ਉਹਦਾ ਭਰਮ ਨਹੀਂ ਖਤਮ ਹੋਏਗਾ। ਜਦੋਂ ਤੱਕ ਨਾਮ ਦਾ ਰਸ ਨਹੀਂ ਆਇਆ, ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਬਾਕੀ ਰਸਾਂ ਤੇ ਨਾਮ ਰਸ ਦੇ ਵਿੱਚ ਕੀ ਫਰਕ ਹੈ। ਜਦੋਂ ਨਾਮ ਦਾ ਰਸ ਪ੍ਰਾਪਤ ਕਰਦਾ, ਜਿਹੇ ਰਸ ਵਿਸਰ ਗਏ ਰਸ ਔਰ, ਰਾਮ ਰਸ ਪੀਆ ਰੇ। ਕਹਿੰਦੇ ਭਗਤ ਜੀ ਕਹਿੰਦੇ ਅਸੀਂ ਰਾਮ ਦਾ ਰਸ ਪੀਤਾ ਹੈ, ਐਸਾ ਰਾਮ ਦਾ ਰਸ ਪੀਤਾ ਜਿਹਨੂੰ ਪੀ ਕੇ ਬਾਕੀ ਸਾਰੇ ਰਸ ਵਿਸਰ ਗਏ ਹੈ। ਬਾਕੀ ਰਸਾਂ ਨੂੰ ਲੈਣ ਦਾ ਮਨ ਨਹੀਂ ਕਰਦਾ, ਬਾਕੀ ਰਸਾਂ ਨੂੰ ਭੋਗਣ ਦਾ ਮਨ ਨਹੀਂ ਕਰਦਾ।
ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਐਸਾ ਪਰਮੇਸ਼ਰ ਦੇ ਨਾਮ ਦਾ ਰਸ ਸਤਿਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੁੰਦਾ। ਤੇ ਜਦੋਂ ਸਾਧ ਸੰਗਤ ਜੀ ਰਸ ਪ੍ਰਾਪਤ ਹੋ ਜਾਂਦਾ ਨਾ, ਜਿਹੜਾ ਨਾਮ ਜਪਣ ਵਾਲਾ, ਜਿਹੜਾ ਬਾਣੀ ਪੜਨ ਵਾਲਾ, ਜਿਹੜਾ ਅਭਿਆਸ ਕਰਨ ਵਾਲਾ, ਵਿਸ਼ੇਸ਼ ਕਰਕੇ ਜਿਹੜਾ ਨਿਸ਼ਕਾਮ ਅਭਿਆਸ ਕਰਨ ਵਾਲਾ ਹੈ ਨਾ, ਇੱਕ ਅਵਸਥਾ ਵਿੱਚ ਜਾ ਕੇ ਉਹਨੂੰ ਇਦਾਂ ਪ੍ਰਤੀਤ ਹੋਣ ਲੱਗ ਜਾਂਦਾ ਵੀ ਸਾਰਾ ਫੈਸਲਾ ਪਰਮੇਸ਼ਰ ਦਾ ਹੀ ਹੈ। ਆਪਾਂ ਤੇ ਕੇਵਲ ਬਾਜੀਗਰ ਦੀ ਖੇਡਾਂ ਵਾਂਗੂ, ਪੁਤਲੀਆਂ ਵਾਂਗੂ ਖੇਡ ਰਹੇ ਹਾਂ। ਕੋਈ ਅਭਿਆਸ ਕਰਨ ਵਾਲਾ, ਚਿੰਤਨ ਕਰਨ ਵਾਲਾ ਜਾਂ ਕੋਈ ਬਜ਼ੁਰਗ, ਇਹ ਦੋ ਬੰਦੇ ਨੇ ਜਿਨ੍ਹਾਂ ਦਾ ਫੈਸਲਾ ਇੱਕੋ ਹੀ ਹੁੰਦਾ ਹੈ। ਉਹ ਇਹ ਹੁੰਦਾ ਹੈ ਕਿ ਜੀਵਨ ਦਾ ਅੰਤਮ ਤੇ ਜੀਵਨ ਦਾ ਪਹਿਲਾ ਫੈਸਲਾ ਪਰਮੇਸ਼ਰ ਦੇ ਹੱਥ ਹੀ ਹੈ। ਆਖੋ ਸਤਨਾਮ ਸ੍ਰੀ। ਥੋੜਾ ਜਿਹਾ ਇਹਨੂੰ ਸਮਝਿਓ। ਜਿਹੜਾ ਅਭਿਆਸ ਕਰਨ ਵਾਲਾ ਜਗਿਆਸੂ ਹੁੰਦਾ ਹੈ ਨਾ, ਉਹਨੂੰ ਉਮਰ ਦਾ ਕੋਈ ਤਕਾਜ਼ਾ ਨਹੀਂ ਹੋਵੇ, ਭਾਵੇਂ ਛੋਟੀ ਉਮਰ ਹੀ ਹੋਵੇ। ਪ੍ਰਹਿਲਾਦ ਵਰਗਿਆਂ ਨੇ ਅਭਿਆਸ ਕੀਤਾ, ਧਰੂ ਵਰਗਿਆਂ ਨੇ ਰੱਬ ਨੂੰ ਪਾਇਆ। ਭਾਵੇਂ ਉਮਰ ਛੋਟੀ ਹੋਵੇ, ਜੇ ਉਹ ਅਭਿਆਸ ਕਰਦਾ ਨਾਮ ਦੇ ਰਸ ਦੇ ਨਾਲ, ਉਹਨੂੰ ਉਸ ਉਮਰ ਵਿੱਚ ਹੀ ਇਹ ਲੱਗਣ ਲੱਗ ਪੈਂਦਾ ਵੀ ਸਾਰੀ ਖੇਡ ਪਰਮੇਸ਼ਰ ਨੇ ਕਰਨੀ ਹੈ, ਅਸੀਂ ਕੁਝ ਨਹੀਂ ਕਰਨਾ। ਦੂਸਰਾ ਬੰਦਾ ਬਜ਼ੁਰਗ, ਮੈਂ ਕਿਹਾ ਬਜ਼ੁਰਗ ਤਾਂ ਕਿਹਾ ਸਾਰੀ ਉਮਰ ਧੱਕੇ ਖਾਣ ਤੋਂ ਮਗਰੋਂ ਜਦੋਂ ਉਹਨੂੰ ਪਤਾ ਲੱਗਦਾ ਵੀ ਬੰਦੇ ਦੇ ਹੱਥ ਕੁਝ ਨਹੀਂ, ਫਿਰ ਬੱਚਿਆਂ ਨੂੰ ਕਹਿ ਕੇ ਜਾਂਦਾ ਵੀ ਬੱਚਾ ਇਸ ਗੱਲ ਦਾ ਖਿਆਲ ਰੱਖਿਓ, ਜਿੰਨੀ ਮਰਜ਼ੀ ਦੁਨੀਆ ਫਿਰ ਕੇ ਵੇਖ ਲਓ, ਜਿੰਨੇ ਮਰਜ਼ੀ ਜ਼ੋਰ ਉਪਰਾਲੇ ਕਰ ਲਓ, ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੇ ਕਰਨਾ। ਮੇਰਾ ਕੀਤਾ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਕਰਕੇ ਸਿਆਣਾ ਬੰਦਾ ਕਹਿੰਦਾ ਕਿ ਬੇਟਾ ਨਾਮ ਜਪ ਲਓ, ਬੇਟਾ ਟਿਕ ਕੇ ਆਪਣਾ ਅਭਿਆਸ ਕਰ ਲਓ। ਜਿਹੜੀ ਛੋਟੀ ਉਮਰ ਦੇ ਬੱਚੇ ਹੁੰਦੇ ਕਹਿੰਦੇ ਅਸੀਂ ਸਕੂਲ ਨਹੀਂ ਜਾਣਾ, ਅਸੀਂ ਪੜ੍ਹਾਈ ਨਹੀਂ ਕਰਨੀ, ਤੇ ਸਿਆਣੇ ਬੰਦੇ ਉਹਨਾਂ ਨੂੰ ਧੱਕੇ ਨਾਲ ਸਕੂਲ ਛੱਡ ਕੇ ਆਉਂਦੇ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਜੇ ਪੜ੍ਹਾਈ ਕਰ ਲੈਣਗੇ ਜੀਵਨ ਸੁਖਾਲਾ ਹੋ ਜਾਵੇਗਾ। ਸੋ ਇਸੇ ਤਰ੍ਹਾਂ ਅਭਿਆਸੀ ਜਿਹੜੇ ਨੇ ਸਾਧ ਸੰਗਤ ਜੀ, ਨਾਮ ਜਪਣ ਵਾਲੇ ਜਿਹੜੇ ਹਨ, ਉਹਨਾਂ ਦੀ ਆਸ ਭਰੋਸਾ ਪਰਮੇਸ਼ਰ ਬਣ ਜਾਂਦਾ ਹੈ। ਫਿਰ ਸਾਰੇ ਭਰਮ ਖਤਮ ਹੋ ਜਾਂਦੇ ਆ। ਭਰਮ ਕੀ ਨੇ? ਭਰਮ ਸਾਧ ਸੰਗਤ ਜੀ, ਦੁੱਖ ਮਿਲ ਗਿਆ, ਭਰਮ ਪੈ ਗਿਆ ਵੀ ਪਤਾ ਨਹੀਂ ਸਾਡੇ ਤੋਂ ਕੀ ਪਾਪ ਹੋ ਗਿਆ ਜੀ, ਸਾਨੂੰ ਦੁੱਖ ਮਿਲ ਗਿਆ। ਕੋਈ ਸੁੱਖ ਮਿਲ ਗਿਆ, ਇਹ ਵੀ ਭਰਮ ਪੈ ਗਿਆ ਵੀ ਮੈਂ ਚੰਗਾ ਕਰਮ ਕੀਤਾ ਸੀ ਤਾਂ ਮੈਨੂੰ ਸੁੱਖ ਮਿਲਿਆ। ਤੇ ਜਿਹੜਾ ਅਭਿਆਸ ਕਰਨ ਵਾਲਾ, ਰਸ ਲੈਣ ਵਾਲਾ, ਉਹ ਦੋਵੇਂ ਗੱਲਾਂ ਦੇ ਵਿੱਚ ਮੁਕਤ ਹੋ ਜਾਂਦਾ। ਉਹ ਕਹਿੰਦਾ ਦੁੱਖ ਤੇ ਸੁੱਖ ਪਰਮੇਸ਼ਰ ਤੇਰੀ ਦਾਤ ਹੈ, ਜੇ ਸੁੱਖ ਦੇ ਤਾਂ ਤੁਝੇ ਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ। ਉਹ ਦੋਵੇਂ ਗੱਲਾਂ ਤੋਂ ਉੱਪਰ ਹੋ ਜਾਂਦਾ। ਹੁੰਦਾ ਉਹ ਹੀ ਹੈ ਜਿਹੜਾ ਗੁਰੂ ਵਾਲਾ ਹੋਵੇ। ਜਿਹੜਾ ਗੁਰੂ ਵਾਲਾ ਹੁੰਦਾ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਹਨੂੰ ਨਾਮ ਦੀ ਪ੍ਰਾਪਤੀ ਹੋਵੇ, ਮਹਾਰਾਜ ਕਹਿੰਦੇ ਉਹਦੇ ਰਸ ਖਤਮ ਹੁੰਦੇ ਨੇ। ਸਤਿਗੁਰ ਸੇਵੇ ਤਾਂ ਸੁਖ ਪਾਏ ਪਾਈ, ਆਵਣ ਜਾਣ ਰਹਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਾਈ ਆਪਣੇ ਗੁਰੂ ਦੀ, ਸਤਿਗੁਰੂ ਦੀ ਸੇਵਾ ਕਰਦੇ ਆ, ਗੁਰੂ ਦੇ ਭਾਣੇ ਨੂੰ ਮੰਨਦੇ ਆ, ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰਦੇ ਆ, ਤਾਂ ਫਿਰ ਉਹਨਾਂ ਨੂੰ ਸੁੱਖ ਮਿਲਦਾ। ਕਿਹੜਾ ਸੁੱਖ ਮਿਲਦਾ? ਸਾਡੀ ਨਿਗਾਹ ਮੁਤਾਬਕ, ਸਾਡੇ ਸੋਚਣ ਮੁਤਾਬਕ ਸਾਧ ਸੰਗਤ ਜੀ, ਗੱਡੀਆਂ ਤੇ ਘੁੰਮਣਾ, ਚੰਗੇ ਬਸਤਰ, ਚੰਗੀ ਮਾਇਆ, ਚੰਗੀਆਂ ਉਪਾਧੀਆਂ ਤੇ ਚੰਗੇ ਪਦਾਰਥ ਵਿਚਰਨੇ, ਇਹਨਾਂ ਨੂੰ ਅਸੀਂ ਸੁੱਖ ਸਮਝਦੇ ਹਾਂ। ਪਰ ਗੁਰੂ ਸਾਹਿਬ ਇਹਨਾਂ ਨੂੰ ਸੁੱਖ ਨਹੀਂ, ਗੁਰੂ ਸਾਹਿਬ ਇਹਨਾਂ ਨੂੰ ਦੁੱਖ ਸਮਝਦੇ ਆ। ਗੁਰੂ ਸਾਹਿਬ ਸੁੱਖ ਸਮਝਦੇ ਆ ਆਵਣ ਜਾਣ ਰਹਾਏ। ਮਹਾਰਾਜ ਕਹਿੰਦੇ ਜਿਹਦਾ 84 ਲੱਖ ਦਾ ਬੰਧਨ ਟੁੱਟ ਗਿਆ ਉਹ ਸੁਖੀ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦੀ ਸੇਵਾ ਕਰਦਾ, ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ। ਜਿਹੜਾ ਗੁਰੂ ਦੀ ਸੇਵਾ ਕਰਦਾ ਉਹਨੂੰ ਸੁੱਖ ਮਿਲਦੇ ਆ। ਸੁੱਖ ਕੀ ਮਿਲਦਾ ਹੈ? ਉਹਦਾ 84 ਲੱਖ ਦਾ ਜਨਮ ਮਰਨ ਦਾ ਬੰਧਨ ਕੱਟਿਆ ਜਾਂਦਾ ਹੈ। ਸਾਚ ਸਹਜ ਗੁਰ ਤੇ ਉਪਜੈ ਪਾਈ, ਮਨ ਨਿਰਮਲ ਸਾਚ ਸਮਾਈ। ਗੁਰੂ ਦੀ ਸੇਵਾ ਕਰਨ ਦੇ ਨਾਲ ਸੱਚੇ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਆ, ਸੇਵਕ ਨੂੰ ਆਪਣੇ ਨੂੰ ਸਹਿਜ ਬਖਸ਼ ਦਿੰਦੇ ਆ। ਤੇ ਜਿਸ ਹਿਰਦੇ ਵਿੱਚ ਸਾਧ ਸੰਗਤ ਜੀ ਸਹਿਜ ਹੋ ਜਾਂਦਾ, ਉਹ ਹਿਰਦਾ ਨਿਰਮਲ ਹੋ ਜਾਂਦਾ, ਮਲ ਤੋਂ ਰਹਿਤ ਹੋ ਜਾਂਦਾ। ਮੈਲ ਕਦੋਂ ਪੈਦਾ ਹੁੰਦੀ ਹੈ? ਮਨ ਦੀ ਮੈਲ ਕਦੋਂ ਪੈਦਾ ਹੁੰਦੀ ਹੈ? ਜਦੋਂ ਸਾਧ ਸੰਗਤ ਜੀ ਥੋੜਾ ਜਿਹਾ ਕੋਈ ਕਸ਼ਟ ਆਉਂਦਾ, ਕੋਈ ਵਿਘਨ ਆਉਂਦਾ, ਤੇ ਉਸ ਵੇਲੇ ਕੀ ਕਹਿੰਦੇ ਆ?
ਕਹਿੰਦੇ ਰੱਬ ਅਸੀਂ ਪਤਾ ਨਹੀਂ ਕੀ ਮਾੜਾ ਕਰਤਾ, ਰੱਬ ਨੇ ਸਾਡੇ ਨਾਲ ਐਸਾ ਕੀਤਾ, ਪਤਾ ਨਹੀਂ ਕਿਉਂ ਰੱਬ ਸਾਡੇ ਨਾਲ ਹੀ ਇਦਾਂ ਕਰਦਾ, ਹੋਰ ਕਿਸੇ ਨਾਲ ਨਹੀਂ ਕਰਦਾ। ਪਰਮੇਸ਼ਰ ਨੂੰ ਉਲਾਮੇ ਦੇਣ ਲੱਗ ਪੈਂਦਾ, ਫਿਰ ਮੈਲ ਪੈਦਾ ਹੋਣ ਲੱਗ ਜਾਂਦੀ। ਕਿਉਂ ਪਰਮੇਸ਼ਰ ਨੂੰ? ਜਿਹੜੇ ਗੁਰੂ ਕੇ ਸਿੱਖ ਹੁੰਦੇ ਆ, ਕੱਲ ਸ਼ਾਮ ਦੀ ਕਥਾ ਵਿੱਚ ਵੀ ਪੜ੍ਹਿਆ ਸੀ ਨਾ, ਵੀ ਸਿੱਖਾਂ ਦੇ ਬੰਦ ਵੀ ਕੱਟੇ ਗਏ, ਕਹਿੰਦੇ ਸਾਡਾ ਸਿੱਖੀ ਸਿਦਕ ਨਹੀਂ ਜਾਣਾ ਚਾਹੀਦਾ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਨਾਦਰ ਸ਼ਾਹ ਨੂੰ ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਇਹਨਾਂ ਨੂੰ ਅਸੀਂ ਮਾਰ ਕੇ ਹੰਬ ਗਏ, ਜਿਉਂ-ਜਿਉਂ ਅਸੀਂ ਇਹਨਾਂ ਨੂੰ ਮੌਤਾਂ ਦਿੰਨੇ ਆ ਨਾ, ਦੁੱਖ ਦਿੰਨੇ ਆ, ਇਹ ਸਮਾਂ ਖੁਸ਼ ਹੁੰਦੇ ਆ ਵੀ ਸਾਨੂੰ ਖੁਸ਼ੀ ਹੈ। ਕਿਉਂ? ਕਿਉਂਕਿ ਭਾਵਨਾ ਇਹ ਹੈ ਕਿ ਅਸੀਂ ਆਪਣੇ ਧਰਮ ਦੇ ਲਈ ਆਪਣਾ ਸੀਸ ਕੁਰਬਾਨ ਕਰ ਦਈਏ, ਗੁਰੂ ਉੱਤੋਂ, ਆਪਣੇ ਗੁਰੂ ਦੇ ਚਰਨਾਂ ਉੱਤੋਂ ਆਪਣਾ ਆਪ ਕੁਰਬਾਨ ਕਰ ਦਈਏ। ਸੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਾਚ ਸਹਿਜ ਜਿਹੜਾ ਮਿਲਦਾ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਗੁਰ ਸੇਵੇ ਸੋ ਬੂਝੈ ਪਾਈ, ਗੁਰ ਬਿਨ ਮਗ ਨਾ ਪਾਈ। ਇਹ ਗੱਲ ਦੀ ਸਮਝ ਉਹੋ ਹੀ ਸਮਝ ਸਕਦਾ ਜਿਹੜਾ ਗੁਰੂ ਦੀ ਸੇਵਾ ਵਿੱਚ ਰਹਿੰਦਾ ਹੈ, ਜਿਹੜਾ ਗੁਰੂ ਦੀ ਪੂਜਾ ਕਰਦਾ ਹੈ, ਜਿਹਦੇ ਲਈ ਗੁਰੂ ਸਾਖਸ਼ਾਤ ਹੈ, ਉਹ ਇਸ ਗੱਲ ਨੂੰ ਸਮਝ ਸਕਦਾ ਹੈ। ਬਾਕੀ ਦੇ ਸਮਝਣ ਵਾਲੀ ਗੱਲ ਨਹੀਂ ਹੈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਪਾਈ, ਕੂੜ ਬੋਲ ਬਿਖ ਖਾਈ। ਮਹਾਰਾਜ ਕਹਿੰਦੇ ਜਿਹਦੇ ਅੰਦਰ ਲੋਭ ਹੈ ਉਹ ਕੀ ਕਰਮ ਕਮਾਵੇਗਾ? ਜਿਹੜਾ ਪਹਿਲਾਂ ਹੀ ਆਪਣੇ ਆਪ ਨੂੰ, ਆਪਣੇ ਘਰ ਨੂੰ ਇਕੱਠਾ ਕਰਨ ਨੂੰ ਫਿਰਦਾ, ਉਹ ਕੀ ਕਰਮ ਕਮਾਵੇਗਾ? ਉਹ ਕਰਮ ਕਰਨ ਦੀ ਬਜਾਏ ਮਾੜਾ ਬੋਲ ਜ਼ਰੂਰ ਬੋਲ ਸਕਦਾ। ਕਹਿੰਦਾ ਸਾਰਾ ਦਿਨ ਆ ਕੇ ਗੁਰਦੁਆਰੇ ਬੈਠਾ ਰਹਿਣਾ, ਪਾਠ ਕਰਦਾ ਰਹਿਣਾ, ਘਰ ਕਿਹਨੇ ਸੰਭਾਲਣਾ, ਕਿਹਨੇ ਕਰਨੇ ਨੇ? ਹੋਰ ਘਰ ਦੇ ਕੰਮ ਕਾਜ ਬੱਚੇ ਕਿਹਨੇ ਪਾਲਣੇ ਆ? ਇੱਥੇ ਪਾਠ ਨੇ ਥੋੜਾ ਪਾਲਣੇ ਆ। ਐਸੇ ਬੋਲ ਬੋਲਦੇ ਆ, ਕਿੰਨੇ ਉੱਚੇ ਬੋਲ ਬੋਲਦੇ ਆ। ਸਤ ਸੰਗਤ ਜੀ, ਕੈਸੀ ਬਿਰਤੀ ਕੈਸੀ ਹੁੰਦੀ ਆ ਉਹਨਾਂ ਮਨਮੁਖਾਂ ਦੀ, ਕਿੱਥੇ ਤੱਕ ਉਹਨਾਂ ਦੀ ਅਵਸਥਾ ਚਲੀ ਜਾਂਦੀ ਹੈ। ਨਾਲੇ ਪਤਾ ਵੀ ਸਭ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੈ, ਸਾਰੀ ਸ੍ਰਿਸ਼ਟੀ ਕਰਤਾ ਪੁਰਖ ਖੇਡ ਰਿਹਾ ਹੈ, ਪਰ ਫਿਰ ਵੀ ਬੋਲ ਦਿੰਦੇ ਆ। ਕਿਉਂ? ਕਿਉਂਕਿ ਹੰਕਾਰੀ ਤੇ ਲੋਭੀ ਪੁਰਸ਼ ਹਨ। ਪੰਡਤ ਦਈ ਬਿਲੋਈਐ ਪਾਈ, ਵਿੱਚੋਂ ਨਿਕਲੈ ਤੱਥ। ਮਹਾਰਾਜ ਕਹਿੰਦੇ ਪੰਡਤ ਜੀ ਆਪਣੇ ਜੀਵਨ ਰੂਪੀ ਇਸ ਮਟਕੀ ਦੇ ਵਿੱਚ ਨਾ ਦਹੀਂ ਨੂੰ ਵਿਲੋਵੋ। ਆਪਣੇ ਜੀਵਨ ਦੇ ਵਿੱਚ ਉਹ ਕਰਮ ਕਰੋ ਜਿਸ ਤਰ੍ਹਾਂ ਦਹੀਂ ਨੂੰ ਰਿੜਕਿਆਂ ਮੱਖਣ ਨਿਕਲਦਾ, ਕੋਈ ਤੱਤ ਨਿਕਲਦਾ, ਉਸ ਤਰ੍ਹਾਂ ਜੀਵਨ ਦੇ ਵਿੱਚ ਉਹ ਕਰਮ ਕਰੋ ਜਿਨ੍ਹਾਂ ਦੇ ਨਾਲ ਕੋਈ ਤੱਤ ਨਿਕਲੇ, ਕੋਈ ਆਤਮਾ ਨੂੰ ਸ਼ਾਂਤੀ ਮਿਲੇ, ਕੋਈ ਜਨਮ ਮਰਨ ਦਾ ਬੰਧਨ ਕੱਟਿਆ ਜਾਵੇ। ਐਸਾ ਕਰਮ ਕਰੋ। ਜਲ ਮਥੀਐ ਜਲ ਦੇਖੀਐ ਪਾਈ, ਇਹੋ ਜਗ ਏਹਾ ਵਾਥ। ਮਹਾਰਾਜ ਕਹਿੰਦੇ ਇੱਥੇ ਤਾਂ ਸੰਸਾਰ ਹੁਣ ਜਲ ਨੂੰ ਹੀ, ਪਾਣੀ ਵਿੱਚ ਹੀ ਮਧਾਣੀ ਪਾਈ ਬੈਠਾ। ਪਾਣੀ ਵਿੱਚ ਮਧਾਣੀ ਪਾਈਏ, ਪਾਣੀਓ ਹੀ ਨਿਕਲਣਾ, ਉਹਦੇ ਚੋਂ ਕਿਹੜਾ ਕੋਈ ਮੱਖਣ ਨਿਕਲ ਜਾਣਾ। ਤੇ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੀ ਤਾਂ ਕਾਰ ਹੀ ਇਹ ਹੈ, ਸਾਰੀ ਦੁਨੀਆ ਇੱਕੋ ਪਾਸੇ ਲੱਗੀ ਹੈ ਪਾਣੀ ਨੂੰ ਰਿੜਕਣ। ਉਹ ਕਹਿੰਦਾ ਮੈਂ ਵੱਡਾ ਹੋ ਜਾਵਾਂ, ਉਹ ਕਹਿੰਦਾ ਮੈਂ ਵੱਡਾ ਹੋ ਜਾਵਾਂ, ਮੈਂ ਪੈਸੇ ਇਕੱਠੇ ਕਰ ਲਵਾਂ, ਮੇਰੇ ਨਾਲੋਂ ਵੱਡਾ, ਮੇਰੇ ਵੱਡੇ ਤੋਂ ਵੱਡੇ ਹੋਣ ਦੇ ਪਾਸੇ ਲੱਗੇ ਆ ਤੇ ਪਾਣੀ ਹੀ ਰਿੜਕ ਰਹੇ ਆ। ਕੋਈ ਜੀਵਨ ਦਾ ਤੱਤ ਤਾਂ ਨਹੀਂ। ਇਹ ਤਾਂ ਹੈ ਨਹੀਂ ਵੀ ਬਹੁਤ ਮਾਇਆ ਪਾ ਕੇ ਸੁਖੀ ਹੋ ਗਏ, ਸਹਿਜ ਆ ਗਿਆ ਵੀ ਹੁਣ ਨਹੀਂ ਪਾਣੀ। ਇਹ ਨਹੀਂ ਵੀ ਬਹੁਤ ਭੋਜਨ ਪਦਾਰਥ, ਛੱਤੀ ਪਦਾਰਥ ਛਕ ਕੇ ਕਹਿੰਦਾ ਹੁਣ ਮੈਂ ਪ੍ਰਸ਼ਾਦਾ ਛਕਣਾ ਹੀ ਨਹੀਂ, ਬਹੁਤ ਛਕ ਲਿਆ। ਨਹੀਂ ਨਾ, ਹਰ ਚੀਜ਼ ਉੱਤੇ ਖੜੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਪਾਣੀ ਨੂੰ ਵਿਲਾਉਣ ਦਾ ਕੋਈ ਲਾਭ ਨਹੀਂ, ਜੀਵਨ ਦੇ ਵਿੱਚ ਤੱਤ ਨੂੰ ਵਿਲੋਵੋ। ਗੁਰ ਬਿਨ ਭਰਮ ਬਿਗੁਚੀਐ ਪਾਈ, ਘਟ ਘਟ ਦਿਓ ਅਲਖ। ਮਹਾਰਾਜ ਕਹਿੰਦੇ ਬਿਨਾਂ ਗੁਰੂ ਤੋਂ ਸਾਰਾ ਸੰਸਾਰ ਭਰਮਾਂ ਵਿੱਚ ਫਸਿਆ ਹੋਇਆ ਹੈ। ਇਸ ਗੱਲ ਨੂੰ ਨਹੀਂ ਜਾਣਦੇ ਕਿ ਸਾਰੇ ਘਟਾਂ ਵਿੱਚ ਪਰਮੇਸ਼ਰ ਆਪ ਰਮਿਆ ਹੈ। ਇਹੋ ਜਗ ਤਾਗੋ ਸੂਤ ਕੋ ਪਾਈ, ਦਾਹ ਦਿਸ ਬਾਂਧੋ ਮਾਏ। ਮਹਾਰਾਜ ਜੀ ਕਹਿੰਦੇ ਜਿਹੜਾ ਸੰਸਾਰ ਦੇ ਨਾਲ ਆਪਣਾ ਮੇਲ ਜੋਲ ਬਣਾਈ ਬੈਠਾ ਨਾ, ਵੀ ਮੈਂ ਪਤਾ ਨਹੀਂ ਕਿੰਨੀ ਲੰਮੀ ਉਮਰ ਭੋਗਣੀ ਹੈ ਸੰਸਾਰ ਵਿੱਚ, ਮੈਂ ਹੀ ਜਿਉਂਦੇ ਰਹਿਣਾ। ਮਹਾਰਾਜ ਜੀ ਕਹਿੰਦੇ ਇਹ ਧਾਗਾ ਸੂਤ ਦਾ ਹੈ, ਕੱਚਾ ਧਾਗਾ ਹੈ ਸੰਸਾਰ, ਤੇ ਇਹਨੇ ਕੱਚੇ ਧਾਗੇ ਨੇ ਤੁਹਾਨੂੰ ਚਾਰੇ ਦਿਸ਼ਾਵਾਂ ਵੱਲੋਂ ਬੰਨਿਆ ਹੋਇਆ, ਸਾਰੇ ਪਾਸਿਆਂ ਵੱਲੋਂ ਬੰਨਿਆ ਹੋਇਆ, ਤੇ ਜੇ ਟੁੱਟਣ ਲੱਗਿਆ ਤਾਂ ਮਿੰਟ ਨਹੀਂ ਲੱਗਦਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ ਭਾਈ। ਬਾਲਾ ਜੀ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਲਾ ਜੀ
ਤੁਸੀਂ ਕਿੰਨੀ ਉਮਰ ਸਮਝਦੇ ਹੋ, ਕਿੰਨਾ ਕੁ ਜੀਵਨ ਸਮਝਦੇ ਹੋ? ਬਾਲਾ ਜੀ ਕਹਿੰਦੇ ਮਹਾਰਾਜ ਉਮਰ ਦੇ ਲਿਹਾਜ਼ ਨਾਲ, ਸਰੀਰ ਦੀ ਕਾਇਆ ਦੇ ਲਿਹਾਜ਼ ਨਾਲ ਲੰਘ ਹੀ ਜਾਣਗੇ 10-15 ਸਾਲ ਹੋਰ। ਮਰਦਾਨਾ ਜੀ ਨੂੰ ਪੁੱਛਿਆ, ਉਹ ਕਹਿੰਦੇ ਮਹਾਰਾਜ ਅਜੇ ਤੇ ਬਹੁਤ ਪਈ ਹੈ, ਬੱਚੇ ਬੁੱਚੇ ਵਿਆਹਾਂਗੇ, ਸਭ ਕੁਝ ਕਰਾਂਗੇ। ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿੰਨੀ ਉਮਰ ਜਾਣਦੇ ਹੋ? ਮਹਾਰਾਜ ਕਹਿੰਦੇ ਮੈਂ ਇੱਕ ਸਵਾਸ ਜਿੰਨੀ ਉਮਰ ਜਾਣ, ਹਮ ਆਦਮੀ ਹਾਂ ਇੱਕਦਮ। ਮੈਨੂੰ ਇਹ ਨਹੀਂ ਪਤਾ ਵੀ ਅਗਲਾ ਸਾਹ ਆਣਾ ਕਿ ਨਹੀਂ ਆਣਾ, ਤੁਸੀਂ ਤੇ ਬੜੀਆਂ ਬੜੀਆਂ ਲੰਮੀਆਂ ਆਸਾਂ ਲਾਈ ਬੈਠੇ ਹੋ ਇਸ ਸੰਸਾਰ ਤੇ। ਮਹਾਰਾਜ ਜੀ ਕਹਿੰਦੇ 10 ਦਿਸ਼ਾਵਾਂ ਨੇ ਤੁਹਾਨੂੰ, ਚਾਰੇ ਪਾਸਿਆਂ ਵੱਲੋਂ ਤੁਹਾਨੂੰ ਇਹ ਧਾਗੇ ਨੇ, ਸੰਸਾਰ ਦੇ ਕੱਚੇ ਧਾਗੇ ਨੇ, ਸੂਤ ਨੇ ਬੰਨਿਆ ਹੋਇਆ ਹੈ। ਇਹ ਮਾਇਆ ਦਾ ਖੇਡ ਹੈ। ਬਿਨ ਗੁਰ ਗਾਠ ਨਾ ਛੂਟਈ ਪਾਈ, ਥਾਕੇ ਕਰਮ ਕਮਾਏ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕਰਮ ਕਰ ਲਓ ਵੀ ਅਸੀਂ ਮੁਕਤ ਹੋ ਜਾਵਾਂਗੇ, ਜੋ ਕੁਝ ਮਰਜ਼ੀ ਕਰ ਲਓ, ਬਿਨਾ ਗੁਰੂ ਤੋਂ ਇਹ ਗੰਢ ਨਹੀਂ ਟੁੱਟਣੀ। ਬਿਨਾ ਗੁਰੂ ਤੋਂ ਇਹ ਜਿਹੜੀ ਗੰਢ ਹੈ ਟੁੱਟਣੀ ਨਹੀਂ। ਜਿੰਨੇ ਮਰਜ਼ੀ ਕਰਮ ਕਰ ਲਓ ਥੱਕ ਜਾਓ। ਇਹੋ ਜਗ ਭਰਮ ਭੁਲਾਇਆ ਪਾਈ, ਕਹਿਣਾ ਕਿਛੋ ਨਾ ਜਾਏ। ਪਾਤਸ਼ਾਹ ਕਹਿੰਦੇ ਸਾਰਾ ਸੰਸਾਰ ਏਡੇ ਵੱਡੇ ਭਰਮ ਵਿੱਚ ਭੁੱਲਿਆ ਹੋਇਆ, ਏਡੇ ਵੱਡੇ ਭਰਮ ਵਿੱਚ ਭੁੱਲਿਆ ਹੋਇਆ, ਹੁਣ ਇਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ। ਕਹਿਣਾ ਕਿਛੂ ਨਾ ਜਾਏ, ਕੁਝ ਵੀ ਇਹਨਾਂ ਦੀ ਅਸੀਂ ਵਿਚਾਰ ਨਹੀਂ ਕਰ ਸਕਦੇ। ਗੁਰ ਮਿਲਿਆ ਪਾਉ ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ। ਮਹਾਰਾਜ ਜੀ ਕਹਿੰਦੇ ਜਦੋਂ ਕੋਈ ਗੁਰੂ ਮਿਲ ਜਾਂਦਾ ਤੇ ਉਹ ਗੁਰੂ ਆਪਣੇ ਉਪਦੇਸ਼ ਨਾਲ ਹਿਰਦੇ ਵਿੱਚ ਰੱਬ ਦਾ ਭਾਉ ਪੈਦਾ ਕਰ ਦਿੰਦਾ ਹੈ। ਜਦੋਂ ਰੱਬ ਦਾ ਭਾਉ ਪੈਦਾ ਹੋ ਜਾਂਦਾ ਹੈ, ਫਿਰ ਮਨੁੱਖ ਨੂੰ ਇੱਕ ਗੱਲ ਸੱਚ ਲੱਗਣ ਲੱਗ ਜਾਂਦੀ ਹੈ ਕਿ ਮਰਨਾ ਸੱਚ ਹੈ। ਇਹ ਸੰਸਾਰ ਵਿੱਚ ਮਰਨਾ ਸੱਚ ਹੈ। ਦੱਸਦਾ ਕੌਣ ਹੈ? ਗੁਰੂ ਦੱਸਦਾ ਹੈ। ਵੀ ਇਹ ਕਿਤੇ ਮਨ ਦੇ ਵਿੱਚ ਭੁਲੇਖਾ ਨਾ ਬੁਲਾ ਬੈਠੀ ਵੀ ਮੈਂ ਬਹੁਤ ਵੱਡੀ ਦੁਨੀਆ ਭੋਗ ਕੇ ਜਾਣਾ, ਪਰ ਸੱਚ ਜੋ ਹੈ ਉਹ ਮਰਨਾ ਹੈ। ਮੱਜਨ ਦਾਨ ਚੰਗਿਆਈਆ ਪਾਈ, ਦਰਗਾਹ ਨਾਮ ਵਿਸੇਖ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੱਜਣ ਕਰ ਲਓ, ਤੀਰਥਾਂ ਤੇ ਨਹਾ ਲਓ, ਦਾਨ ਪੁੰਨ ਕਰ ਲਓ, ਚੰਗਿਆਈਆਂ ਕਰ ਲਓ, ਜੋ ਕੁਝ ਮਰਜ਼ੀ ਕਰ ਲਓ, ਪਰ ਇਹਨਾਂ ਸਾਰਿਆਂ ਦੇ ਉੱਤੋਂ ਦੀ ਜਿਹੜੀ ਗੱਲ ਹੈ ਉਹ ਹੈ ਦਰਗਾਹ ਨਾਮ ਵਿਸ਼ੇਖ। ਇਹਨਾਂ ਸਾਰਿਆਂ ਦੇ ਉੱਤੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਪੁੰਨ ਦਾਨ ਜਪ ਤਪ ਜੇਤੇ, ਸਭ ਉੱਪਰ ਨਾਮ। ਜਿੰਨੇ ਮਰਜੀ ਪੁੰਨ ਦਾਨ ਚੰਗਿਆਈਆਂ ਕਰ ਲੋ, ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਉੱਤੋਂ ਨਾਮ ਦੀ ਦਾਤ ਹੈ। ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ, ਮਨ ਵਸਿਆ ਚੂਕਾ ਭੇਖਾ। ਮਹਾਰਾਜ ਜੀ ਕਹਿੰਦੇ ਆਪਣੇ ਮਨ ਰੂਪ ਹਾਥੀ ਨੂੰ ਜਿਹਨੇ ਗੁਰੂ ਦੇ ਅੰਕਸ ਦੇ ਨਾਲ ਮੋੜ ਲਿਆ ਹੈ, ਆਪਣੇ ਗੁਰੂ ਦੇ ਅੰਕਸ ਸ਼ਬਦ ਦੇ ਨਾਲ ਜਿਹਨੇ ਜੋੜ ਲਿਆ ਹੈ, ਉਹਦਾ ਭੇਖ ਚੁੱਕ ਗਿਆ ਹੈ। ਉਹਦੇ ਲਈ ਕਰਮ ਕਾਂਡ ਸਭ ਖਤਮ ਹੋ ਗਏ ਆ, ਸਭ ਪਖੰਡ ਉਹਦੇ ਲਈ ਮੁੱਕ ਗਏ ਹਨ। ਇਹੋ ਤਨ ਹਾਟ ਸਰਾਫ ਕੋ ਪਾਈ, ਬਖਰ ਨਾਮ ਅਪਾਰ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਹੈ ਨਾ, ਇਹ ਇੱਕ ਦੁਕਾਨ ਦੀ ਨਿਆਈ ਹੈ, ਹੱਟੀ ਦੀ ਨਿਆਈ ਹੈ। ਜਿਸ ਤਰ੍ਹਾਂ ਦੁਕਾਨ ਦੇ ਵਿੱਚ ਵਸਤੂਆਂ ਪਈਆਂ ਹੁੰਦੀਆਂ, ਉਸ ਤਰ੍ਹਾਂ ਇਹ ਸਰੀਰ ਜਿਹੜਾ ਇਹਦੇ ਵਿੱਚ ਨਾਮ ਰੂਪੀ ਵਸਤੂ ਹੈ। ਇਹੋ ਬਖਰ ਬਾਪਾਰੀ ਸੋ ਦ੍ਰਿੜੈ ਪਾਈ, ਗੁਰ ਸ਼ਬਦ ਕਰੇ ਵਿਚਾਰ। ਪਾਤਸ਼ਾਹ ਜੀ ਕਹਿੰਦੇ ਇਸ ਨਾਮ ਰੂਪੀ ਵਖਰ ਨੂੰ ਉਹ ਵਪਾਰੀ ਖਰੀਦਦਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਉੱਤੇ ਭਰੋਸਾ ਰੱਖਦਾ ਹੈ, ਉਹ ਇਸ ਸ਼ਬਦ ਦੀ ਵਿਚਾਰ ਕਰਦਾ ਹੈ, ਇਸ ਵਖਰ ਨੂੰ ਖਰੀਦਦਾ ਹੈ। ਧਨ ਬਾਪਾਰੀ ਨਾਨਕਾ ਪਾਈ, ਮੇਲ ਕਰੇ ਬਾਪਾਰ। ਪਾਤਸ਼ਾਹ ਜੀ ਕਹਿੰਦੇ ਉਹ ਭਾਈ ਵਪਾਰੀ ਧਨਤਾ ਦੇ ਯੋਗ ਨੇ। ਉਹ ਸਰੀਰ, ਉਹ ਰੂਹ ਇਸ ਸੰਸਾਰ ਤੇ ਆਈ ਧਨਤਾ ਦੇ ਯੋਗ ਬਣ ਜਾਂਦੀ ਹੈ, ਜਿਹੜੀ ਨਾਮ ਰੂਪੀ ਵਪਾਰ ਦਾ ਮੇਲ ਕਰਦੀ ਹੈ, ਜਿਹੜੀ ਨਾਮ ਰੂਪੀ ਵਸਤੂ ਨੂੰ ਗ੍ਰਹਿਣ ਕਰਦੀ ਹੈ, ਖਰੀਦਦਾਰੀ ਕਰਦੀ ਹੈ। ਇਸ ਨਾਮ ਰੂਪੀ ਵਸਤੂ ਨੂੰ ਖਰੀਦ ਕੇ ਜਿਹੜੇ ਆਪਣੇ ਹਿਰਦੇ ਵਿੱਚ ਵਸਾਉਂਦੇ ਆ, ਉਹਨਾਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਹ ਸੀ ਅੱਜ ਦੇ ਪਾਵਨ ਗੁਰਵਾਕ ਦੀ ਵਿਚਾਰ। ਸਮੇਂ ਦੇ ਲਿਹਾਜ਼ ਨਾਲ
ਸਮੇਂ ਦੇ ਲਿਹਾਜ਼ ਨਾਲ ਸਮਾਪਤੀਆਂ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਇਹੋ ਤਨ ਹਾਟ ਸਰਾਫ ਕੋ ਭਾਈ, ਵਖਰ ਨਾਮ ਵਾਪਾਰ। ਇਹੋ ਵਖਰ ਵਪਾਰੀ ਸੋ ਦ੍ਰਿੜੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਧਨ ਵਾਪਾਰੀ ਨਾਨਕਾ ਭਾਈ, ਮੇਲ ਕਰੇ ਵਾਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।